KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਗਟ ਵੱਲੋਂ ਸਤਿ ਸ਼੍ਰੀ ਅਕਾਲ। 5 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਨੇ ਨਿਊਜ਼ ਡਿਸਕਸ ਕੀਤੀ ਸੀ ਕਿ ਹੈਲਥ ਕੇਅਰ ਸਿਸਟਮ ਦਾ ਇੰਨਾ ਜ਼ਿਆਦਾ ਮਾੜਾ ਹਾਲ ਆ, ਲੋਕਾਂ ਨੂੰ ਫੈਮਿਲੀ ਡਾਕਟਰ ਮਿਲ ਨਹੀਂ ਸੀ ਰਹੇ ਤਾਂ ਵੈਨਕੂਵਰ ਆਈਲੈਂਡ ਦੇ ਇੱਕ ਕਪਲ ਨੂੰ ਨਿਊਜ਼ ਪੇਪਰ ਦੇ ਵਿੱਚ ਐਡ ਪਾਉਣੀ ਪਈ ਸੀ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੂੰ ਫੈਮਿਲੀ ਡਾਕਟਰ ਮਿਲ ਗਿਆ। ਤਾਂ ਜਿਹੜੇ ਆਪਣੇ ਪ੍ਰੀਮੀਅਰ ਹੈਗੇ ਆ ਹਰਗਨ ਸਾਹਿਬ, ਉਹਨਾਂ ਨੇ ਇਹਦੇ ਤੋਂ ਬਾਅਦ ਕੀ ਕਿਹਾ, ਕਹਿੰਦੇ ਕਿ ਜਿਸ ਤਰ੍ਹਾਂ ਮੌਟ ਜੋੜੇ ਨੂੰ ਡਾਕਟਰ ਮਿਲ ਗਿਆ ਨਿਊਜ਼ ਪੇਪਰ ਦੇ ਵਿੱਚ ਐਡ ਪਾਉਣ ਦੇ ਨਾਲ, ਹੱਸ ਕੇ ਕਹਿੰਦੇ ਹੋ ਸਕਦਾ ਮੈਨੂੰ ਵੀ ਫੈਡਰਲ ਗਵਰਨਮੈਂਟ ਤੋਂ ਫੰਡਿੰਗ ਲੈਣ ਦੇ ਲਈ ਹੈਲਥ ਕੇਅਰ ਸਿਸਟਮ ਦੇ ਲਈ ਤਾਂ ਮੈਨੂੰ ਵੀ ਸ਼ਾਇਦ ਐਡ ਪਾਉਣੀ ਪੈ ਜਾਵੇ, ਹੋ ਸਕਦਾ ਕਿ ਉਹ ਫੰਡਿੰਗ ਫਿਰ ਮੈਨੂੰ ਦੇ ਦੇਣ, ਲਈ ਛੇਤੀ ਦੇ ਦੇਣ। ਤਾਂ ਉਹਨਾਂ ਦਾ ਇਹ ਜਦੋਂ ਬਿਆਨ ਆਇਆ ਤਾਂ ਜਿਹੜੀ ਜੈਨੇਟ ਮੌਟ ਸੀ, ਮਾਈਕਲ ਮੌਟ ਦੀ ਵਾਈਫ ਜਿਹਨੇ ਨਿਊਜ਼ ਪੇਪਰ 'ਚ ਐਡ ਪਾਈ ਸੀ, ਉਹਨਾਂ ਨੇ ਫਿਰ ਆਪਣੀ ਪ੍ਰਤੀਕਿਰਿਆ ਦਿੱਤੀ। ਉਹ ਕਹਿੰਦੇ ਕਿ ਇਸ ਚੀਜ਼ ਦੇ ਨਾਲ ਮੈਨੂੰ ਬਹੁਤ ਤਕਲੀਫ ਹੋਈ ਆ ਕਿ ਸਾਨੂੰ ਆਪਣੇ ਹੈਲਥ ਇਸ਼ੂ ਨੂੰ ਜਨਤਕ ਕਰਨਾ ਪਿਆ, ਵੀ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਸੀ, ਇੱਕ ਸੀਰੀਅਸ ਇਸ਼ੂ ਹੈਗਾ। ਤੇ ਮੌਰਗਨ ਤੇ ਹੌਰਗਨ ਸਾਹਿਬ ਦਾ ਇਹ ਕਹਿਣਾ ਵੀ ਸ਼ਾਇਦ ਹੁਣ ਮੈਨੂੰ ਵੀ ਐਡ ਪਾ ਕੇ ਫੰਡਿੰਗ ਮਿਲ ਜਾਵੇ, ਉਹ ਕਹਿੰਦੇ ਕਿ ਇਹ ਜਿਹੜੀ ਗੱਲ ਹੈਗੀ ਆ ਨਾ, ਇਹਨੇ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚਾਈ ਹੈਗੀ ਆ। ਉਹਨਾਂ ਨੇ ਲੈਟਰ ਵੀ ਲਿਖੀ ਸੀ ਹੌਰਗਨ ਸਾਹਿਬ ਨੂੰ, ਪਹਿਲਾਂ ਉਹਨਾਂ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਸੀ, ਦੱਸਣਾ ਚਾਹੁੰਦੇ ਸੀ ਉਹਨਾਂ ਨੂੰ ਇਸ ਪ੍ਰੋਬਲਮ ਦੇ ਬਾਰੇ। ਤੇ ਹੁਣ ਇਸ ਤੋਂ ਬਾਅਦ ਜਦੋਂ ਹੌਰਗਨ ਸਾਹਿਬ ਨੇ ਇਹ ਕਿਹਾ ਤਾਂ ਉਹ ਕਹਿੰਦੇ ਕਿ ਇਸ ਦੇ ਲਈ ਮੈਂ ਸਿਰਫ ਇੱਕੋ ਹੀ ਗੱਲ ਕਹੂੰਗੀ ਕਿ ਇਹ ਬਹੁਤ ਹੀ ਜ਼ਿਆਦਾ ਚਿੰਤਾਜਨਕ ਆ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਹੌਰਗਨ ਸਾਹਿਬ ਦੇ ਬਿਆਨ ਨੂੰ ਤੇ ਇਸ ਪੂਰੇ ਇੰਸੀਡੈਂਟ ਨੂੰ? ਦੇਖੋ, ਜਿੱਦਾਂ ਕਰਦੀ ਹੁੰਦੀਆਂ ਅੱਜ ਕੱਲ੍ਹ ਸਰਕਾਰਾਂ, ਇਹ ਪਬਲਿਕ ਰਿਲੇਸ਼ਨਸ ਦਾ ਇੱਕ ਨੰਬਰ 1 ਮੈਂ ਦਿੰਦਾ ਇਹਨਾਂ ਨੂੰ ਕਿ PR ਆਪਣੇ ਤੋਂ ਕਰਨੀ ਅੱਛੀ ਤਰ੍ਹਾਂ ਜਾਣਦੇ ਆ। ਇੱਕ ਬਹੁਤ ਸੀਰੀਅਸ ਇਸ਼ੂ ਨੂੰ ਮਜ਼ਾਕ ਬਣਾਉਣਾ। ਦੇਖੋ, ਐਮਰਜੈਂਸੀਜ਼ ਬੰਦ ਹੋ ਗਈਆਂ, ਕਿਸੇ ਔਰਤ ਦੀ ਮੌਤ ਹੋ ਗਈ, ਫਿਰ 1 ਮਿਲੀਅਨ 10 ਲੱਖ ਲੋਕ ਹੈ ਜਿਹਨਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਆ। ਇੱਕ ਜੋੜੇ ਨੇ ਵਿਚਾਰੇ ਨੇ ਜਿਨ੍ਹਾਂ ਨੂੰ ਪ੍ਰਸਕ੍ਰਿਪਸ਼ਨ ਨਹੀਂ ਸੀ ਮਿਲ ਰਹੀ, ਜਿਨ੍ਹਾਂ ਨੂੰ ਗੋਲੀਆਂ ਲੈਣੀਆਂ ਪੈਣੀਆਂ, ਜੇ ਦਵਾਈ ਲੈਣੀ ਆ ਉਹ ਪ੍ਰਸਕ੍ਰਿਪਸ਼ਨ ਲਿਖ ਸਕਦੇ ਆ, ਸਿਰਫ ਡਾਕਟਰ ਲਿਖ ਸਕਦੇ ਆ। ਹਾਂਜੀ, ਬਾਈ ਲਾਅ ਫਾਰਮਾਸਿਸਟ ਦੇ ਨਹੀਂ ਸਕਦਾ। ਤਾਂ ਉਹਨਾਂ ਨੇ ਐਡ ਪਾਈ। ਉਹ ਦੇਖੋ, ਉਸ ਮਸਲੇ ਵੱਲ ਧਿਆਨ ਦੇਣ ਦੀ ਬਜਾਏ ਹੌਰਗਨ ਸਾਹਿਬ ਦਾ ਕੀ ਆ ਜਵਾਬ ਕਿ ਉਹਦਾ ਮਜ਼ਾਕ ਕ੍ਰੀਏਟ ਕੀਤਾ ਉਹਨਾਂ ਨੇ। ਹਾਂਜੀ, ਇੱਕ ਮਜ਼ਾਕ ਬਣਾਇਆ ਵੀ ਇਸ ਤਰ੍ਹਾਂ ਮੈਂ ਮਜ਼ਾਕੀਆ ਤੌਰ ਤੇ ਗੱਲ ਕਰੂੰਗਾ ਤਾਂ ਲੋਕਾਂ ਦੇ ਮਨ ਦੇ ਵਿੱਚ ਮੇਰੀ ਮਜ਼ਾਕ ਵਾਲੀ ਗੱਲ ਆ ਜਾਣੀ ਆ। ਤੇ ਜਿਹੜੀ ਅਸਲੀ ਗੱਲ ਹੈ, ਇਸ਼ੂ ਹੈਗੀ ਹੈ ਹੈਲਥ ਕੇਅਰ ਸਿਸਟਮ। ਹਾਂਜੀ, ਜੇ ਕਲੈਪਸ ਹੋ ਰਿਹਾ, ਜੇ ਉਹਨਾਂ ਨੇ ਕੋਈ ਇਸ਼ੂ ਰੇਜ਼ ਕੀਤੀ ਹੈ, ਉਹਦੇ ਨਾਲ ਡੀਲ ਕਰਨ ਦੀ ਇਸ਼ੂ ਆ ਜੀ। ਤੁਸੀਂ ਦੂਸਰੀ ਗੱਲ ਜਿਹੜੀ ਵੱਡੀ ਆ, ਜਿਹੜੀ ਉਹ ਕਹਿੰਦੇ ਕਿ ਅਸੀਂ ਐਡ ਪਾਉਣੀ ਆ ਫੈਡਰਲ ਗੌਰਮੈਂਟ 'ਚ, ਇਹਨਾਂ ਦੇ ਵੈਬਸਾਈਟ ਤੇ ਹੁਣ ਐਡ ਪਾਉਣ ਦੀ ਲੋੜ ਨਹੀਂ ਆ। ਉਹ 'ਚੋਂ ਪੜ੍ਹ ਲੈਣ ਕਿ ਫੈਡਰਲ ਗੌਰਮੈਂਟ ਦੇ ਕਿਹੜੇ ਰਾਈਟਸ ਆ, ਜੂਰਿਸਡਿਕਸ਼ਨਸ ਆ, ਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਕਿਹੜੇ ਆ। ਹਾਂਜੀ, 16 ਅਧਿਕਾਰ ਖੇਤਰ ਜਿਹੜਾ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਆ ਉਹ ਦਿੱਤੇ ਸੀ ਪ੍ਰੋਵਿੰਸਸ ਨੂੰ, ਸੂਬਿਆਂ ਨੂੰ। 29 ਦਿੱਤੇ ਆ ਫੈਡਰਲ ਸਰਕਾਰ ਨੂੰ। ਇਹ ਫੈਡਰਲ ਸਰਕਾਰ ਨੂੰ ਪੈਸੇ ਦਿੰਦੇ ਆ ਕਦੇ BC ਵਾਲੇ? ਨਹੀਂ, ਮੰਗਦੇ ਆ। ਵੈਸੇ ਮੰਗਦੇ ਆ। ਚਲੋ, ਉਹਨਾਂ ਨੇ 1960 ਦੇ ਵਿੱਚ ਜਦੋਂ ਪ੍ਰੋਗਰਾਮ ਸ਼ੁਰੂ ਕੀਤੇ ਸੀ, ਸੋਸ਼ਲ ਪ੍ਰੋਗਰਾਮ ਸ਼ੁਰੂ ਕੀਤੇ ਆ, ਇਸ ਕਰਕੇ ਕੀਤੇ ਸੀ। ਨੰਬਰ 1 ਤੇ ਆਪ ਉਹ ਖੁਦ ਸੈਂਟਰ ਲੈਫਟ ਪੋਲੀਟੀਸ਼ੀਅਨ ਸੀਗੇ, ਜਿੱਦਾਂ ਪੀਅਰਸਨ ਸਨ, ਪੀਅਰ ਐਲੀਅਟ ਟਰੂਡੋ ਸਨ। ਉਹਨਾਂ ਦਾ ਆਪਣਾ ਵੀ ਖਿਆਲ ਸੀ ਕਿ ਸਾਨੂੰ ਕੈਨੇਡਾ ਦੇ ਵਿੱਚ ਇੱਕ ਜਸਟ ਸੁਸਾਇਟੀ ਬਣਾਉਣ ਲਈ
ਆਹ ਚੀਜ਼ਾਂ ਵੈਲਫੇਅਰ ਸਟੇਟ ਨੂੰ ਕਰਨੀਆਂ ਚਾਹੀਦੀਆਂ, ਜਿਨ੍ਹਾਂ ਦੇ ਵਿੱਚ ਇੱਕ ਹੈਲਥ ਕੇਅਰ ਵੀ ਸੀ। ਹਾਲਾਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਜਿਹੜਾ ਜੂਰਿਸਡਿਕਸ਼ਨ ਹੈ, ਅਧਿਕਾਰ ਖੇਤਰ ਹੈ, ਉਹ ਸੂਬਿਆਂ ਦਾ ਹੈ। ਦੂਸਰਾ ਰੀਜ਼ਨ ਇਹ ਸੀ ਵੀ ਟਰੂਡੋ ਦੀਆਂ ਐਕਚੁਅਲੀ ਬਹੁਤ ਮਿਨੋਰਟੀ ਸਰਕਾਰਾਂ ਆਈਆਂ। ਉਹਨਾਂ ਦੇ ਕੋਲ ਜਿਸ ਤਰ੍ਹਾਂ ਹੁਣ ਜਸਟਿਨ ਟਰੂਡੋ ਦੀਆਂ ਆ ਰਹੀਆਂ ਨਾ, ਇਹਨਾਂ ਦੇ ਬਾਪ ਦੀਆਂ ਵੀ ਐਕਚੁਅਲੀ ਮਿਨੋਰਟੀ ਸਰਕਾਰਾਂ ਹੀ ਸੀ। ਤੇ ਫਿਰ ਉਸ ਵੇਲੇ ਬਾਹਰ ਰਹਿ ਕੇ NDP ਸਪੋਰਟ ਕਰਦੀ ਹੁੰਦੀ ਸੀ। ਹੁਣ NDP ਦੀ ਸਪੋਰਟ ਇਸ ਗੱਲ ਤੇ ਹੁੰਦੀ ਸੀ ਕਿ ਤੁਸੀਂ ਇਸ ਪਾਲਿਸੀ ਨੂੰ ਲਾਗੂ ਕਰੋਗੇ, ਪੈਸੇ ਦਿਓਗੇ ਤਾਂ ਅਸੀਂ ਤੁਹਾਡੀ ਸਪੋਰਟ ਕਰ ਦੇਵਾਂਗੇ। ਮਤਲਬ ਕੋਈ ਰੀਜ਼ਨ ਸੀ। ਉਹਨਾਂ ਨੇ ਜਗਮੀਤ ਸਿੰਘ ਵਰਗਾ ਬੇਗੈਰਤ ਬੰਦਾ ਨਹੀਂ ਸੀ ਉਦੋਂ NDP 'ਚ ਹੁੰਦਾ, ਜਿਹੜਾ ਸਿਰਫ ਇਹੀ ਕਵੇ ਕਿ ਮੇਰੇ ਲਈ ਕੁਝ ਕਰ ਦਿਓ, ਹੋਰ ਬੰਦੇ ਖੂਹ 'ਚ ਪੈਣ। ਅੱਜ ਜੇ ਜਗਮੀਤ ਸਿੰਘ ਦੇ ਵਿੱਚ ਕੋਈ ਅਣਖ ਹੁੰਦੀ, ਇਹ ਪੁੱਛਦਾ, ਇਹਨਾਂ ਦੀ NDP ਦੀ ਸਰਕਾਰ ਹੀ ਹੈ ਇੱਥੇ, ਇਹ ਪੁੱਛਦੇ ਕਿ ਤੇਰੇ ਤੋਂ ਭਾਈ ਉੱਥੇ ਬੈਠੇ MP, NDP ਇੱਕੋ ਹੀ ਪਾਰਟੀ ਆ ਜਿਹਦੇ ਪ੍ਰੋਵਿੰਸ਼ੀਅਲ ਤੇ ਫੈਡਰਲ ਮੈਂਬਰ ਇੱਕੋ ਹੀ ਆ। ਹਾਂਜੀ, ਇਹਨਾਂ ਦੋਹਾਂ ਨੂੰ ਹੌਰਗਨ ਸਾਹਿਬ ਨੂੰ ਕਹਿਣਾ ਚਾਹੀਦਾ ਸੀ, ਆਪਣੇ ਹੀ ਲੀਡਰ ਨੂੰ, ਜਗਮੀਤ ਸਿੰਘ ਨੂੰ, ਕਿ ਤੁਸੀਂ ਦੇਖੋ ਸਪੋਰਟ ਤਾਂ ਦਿਓ ਜੇ ਇਹ ਸਾਨੂੰ ਪੈਸੇ ਦਿੰਦੇ ਆ। ਸਪੋਰਟ ਤਾਂ ਉਹਨਾਂ ਨੇ ਉਦਾਂ ਹੀ ਦਿੱਤੀ ਆ। ਹਾਂਜੀ, ਫਿਰ ਤੁਸੀਂ ਕਾਹਦਾ ਰੌਲਾ ਪਾ ਰਹੇ ਹੋ? ਦੂਸਰੀ, ਜਦੋਂ ਤੁਹਾਡੀ ਉੱਥੇ NDP ਦੀ ਜਾਨ ਹੁੰਦੀ ਸੀ, ਉਹਨਾਂ ਦੇ ਬੰਦਿਆਂ 'ਚ ਗੈਰਤ ਹੁੰਦੀ ਸੀ ਨਾ, 60ਵਿਆਂ ਦੇ ਵਿੱਚ, 70ਵਿਆਂ ਦੇ ਵਿੱਚ, ਉਹ ਪੀਅਰ ਐਲੀਅਟ ਟਰੂਡੋ ਨੂੰ ਇਹ ਕਹਿੰਦੇ ਹੁੰਦੇ ਸੀ, ਆਹ ਪਾਲਿਸੀ ਲਾਗੂ ਕਰੋਗੇ ਤਾਂ ਸਪੋਰਟ ਦੇਵਾਂਗੇ, ਨਹੀਂ ਤਾਂ ਨਹੀਂ। ਬਹੁਤੀ ਵਾਰੀ ਉਹਨਾਂ ਨੇ ਸਪੋਰਟ ਆਪਣੀ ਵਿਦਡਰਾ ਕੀਤੀ ਤਾਂ ਫਿਰ ਉਹਨਾਂ ਦੀ ਸਰਕਾਰ ਵੀ ਗਿਰ ਗਈ। ਹਾਂਜੀ, ਘੱਟ ਗਿਣਤੀ ਦੀ ਸਰਕਾਰ ਦਾ ਆਹੀ ਤਾਂ ਫਾਇਦਾ ਹੁੰਦਾ। ਹਾਂਜੀ, ਕਿ ਵਿਰੋਧੀ ਧਿਰ ਦੇ ਵਿੱਚ ਵੀ ਜਿਹੜੀ ਛੋਟੀ ਪਾਰਟੀ ਆ, ਉਹਦੇ 'ਚ ਵੀ ਹਿੰਮਤ ਹੈ ਕਿ ਉਹ ਤੁਹਾਡੀ ਸਰਕਾਰ ਗਿਰਾ ਸਕਦੀ ਹੈ। ਪਾਵਰ ਹੁੰਦੀ ਹੈ ਉਹਨਾਂ 'ਚ ਵੀ, ਉਹਨਾਂ 'ਚ ਪਾਵਰ ਹੁੰਦੀ ਹੈ। ਤੇ ਅੱਜ ਪਾਵਰ ਜਿਹੜੀ ਜਗਮੀਤ ਸਿੰਘ ਦੀ NDP ਪਾਰਟੀ ਦੇ ਕੋਲ ਸੀਗੀ, ਹਾਂਜੀ, ਜਿਹੜੀ ਉਹਨਾਂ ਨੇ ਵੇਚ ਦਿੱਤੀ ਜੀ। ਜੇ ਇਹਨਾਂ ਨੇ ਗੱਲ ਕਰਨੀ, ਜੇ ਐਡ ਪਾਉਣੀ ਹੈ ਤਾਂ ਜਗਮੀਤ ਸਿੰਘ ਲਈ ਕਿਉਂ ਨਹੀਂ ਪਾਉਂਦੇ? ਵੀ ਤੁਸੀਂ ਇੱਥੇ ਫੈਡਰਲ ਸਰਕਾਰ 'ਚ ਬੈਠੇ ਆ, ਜੇ ਉਹਨਾਂ ਨੂੰ ਮੁਫਤ ਦੀ ਸਪੋਰਟ ਕਰਨ ਲੱਗੇ ਆ, ਉਹਨਾਂ ਨੂੰ ਪੁੱਛੋ, ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸਾਡੇ ਫੰਡਿੰਗ ਜਿਹੜੀ ਹੈਲਥ ਕੇਅਰ ਦੀ ਵਧਾ ਦਿਓ। ਇਹਨਾਂ ਦੇ ਕੋਲ ਹੋਰ ਯੂਕਰੇਨ ਨੂੰ ਦੇਣ ਲਈ ਪੈਸੇ ਹੈਗੇ ਆ, ਹਰ ਚੀਜ਼ ਲਈ ਪੈਸੇ ਹੈਗੇ ਆ, ਸਾਡੇ ਲਈ ਹੈਲਥ ਕੇਅਰ ਲਈ ਹੈ ਨਹੀਂ। ਅੱਛਾ, ਫਿਰ ਹੌਰਗਨ ਸਾਹਿਬ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਫਿਰ ਕੱਲ $4000 ਇਹਨਾਂ ਨੇ ਇਲੈਕਟ੍ਰਿਕ ਕਾਰਾਂ ਲਈ ਸਬਸਿਡੀ ਦੇਣ ਲਈ ਐਲਾਨ ਕੀਤਾ। ਹਾਂਜੀ, ਉਹ ਬੇਸਿਕਲੀ ਕੰਪਨੀਆਂ ਨੂੰ ਦੇਣਾ ਇਹਨਾਂ ਨੇ ਪੈਸੇ ਜੀ। ਕਿਸੇ ਕੰਜ਼ਿਊਮਰ ਦੇ ਉਹਨਾਂ ਨੇ ਕੰਜ਼ਿਊਮਰਜ਼ ਨੂੰ ਕੋਈ ਨਹੀਂ ਪਾਸ ਕਰਨਾ, ਕੰਪਨੀਆਂ ਨੇ ਉਹਨਾਂ ਦੀ ਕੀਮਤ ਵਧਾ ਦੇਣੀ ਹੈ। ਹਾਂਜੀ, ਤੇ ਜੇ ਤੁਹਾਡੇ ਤੋਂ $4000 ਇਲੈਕਟ੍ਰਿਕ ਕਾਰਾਂ ਦੀਆਂ ਕੰਪਨੀਆਂ ਲਈ ਹੈਗਾ ਹੈ, ਤੇ ਫਿਰ ਹੈਲਥ ਕੇਅਰ ਲਈ ਕਿਉਂ ਨਹੀਂ ਜੀ? ਫਿਰ ਤੁਹਾਡੇ ਐਮਰਜੈਂਸੀ ਹਸਪਤਾਲ ਕਿਉਂ ਬੰਦ ਆ? ਹਾਂਜੀ, ਜਿਹੜੇ ਸਵਾਲ ਉਹਨਾਂ ਤੇ ਉੱਠਣੇ ਚਾਹੀਦੇ ਸੀ ਨਾ। ਹਾਂ, ਕੁਛ ਕੁ ਬੰਦਿਆਂ ਨੇ ਉਠਾਏ ਵੀ ਆ, ਕੁਛ ਕੁ ਲੋਕਾਂ ਨੇ ਜਿਹੜੀ ਕਾਲਮਸ ਲਿਖੇ ਆ ਕਿ ਤੁਸੀਂ ਆਪਣੇ ਹੈਲਥ ਕੇਅਰ ਸਿਸਟਮ ਵੱਲ, ਜਿਹੜੀ ਫੈਡਰਲ ਸਰਕਾਰ ਹੈ ਉਹ ਤਾਂ ਸਿਰਫ ਪੈਸੇ ਦਿੰਦੀ ਹੈ ਨਾ। ਹਾਂਜੀ, ਦੋ ਤਰ੍ਹਾਂ ਦੇ ਪੈਸੇ ਦਿੰਦੀ ਹੈ, ਇੱਕ ਤਾਂ ਸਿੱਧਾ ਹੈਲਥ ਕੇਅਰ ਫੰਡਿੰਗ ਲਈ ਦਿੰਦੀ ਹੈ, ਦੂਸਰਾ ਸੋਸ਼ਲ ਪ੍ਰੋਗਰਾਮਸ ਲਈ ਜਨਰਲ ਦਿੰਦੇ ਹੋ। ਤੇ ਹੈਲਥ ਕੇਅਰ ਫੰਡਿੰਗ ਜਿਹੜੀ ਆਉਂਦੀ ਇਹਨਾਂ ਨੂੰ, ਐਜੂਕੇਸ਼ਨ ਫੰਡਿੰਗ ਆਉਂਦੀ ਆ ਇਹਨਾਂ ਨੂੰ, ਉਹ ਇਹ ਨਹੀਂ ਦੱਸਦੇ ਵੀ ਤੁਸੀਂ ਕੀ ਕਰਨਾ ਇਹਨਾਂ ਦਾ। ਜੇ ਐਮਰਜੈਂਸੀ ਹਸਪਤਾਲ ਬੰਦ ਹੋ ਰਹੇ ਆ, ਕਿਸੇ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ, ਇਹ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਹਾਂਜੀ, ਇਹਦੇ ਵਿੱਚ ਫੈਡਰਲ ਸਰਕਾਰ ਦਾ ਕੋਈ ਹੱਥ ਨਹੀਂ ਜੀ। ਉਹ ਮਾਈਕਰੋ ਮੈਨੇਜ ਨਹੀਂ ਕਰਦੇ ਇਹਨਾਂ ਦੀ ਆ ਕੇ ਜੀ। ਜੇ ਜਵਾਬ ਦੇਣਾ ਹੈ ਇਹਨਾਂ ਨੂੰ ਖੁਦ ਦੇਣਾ ਪੈਣਾ। ਹਾਂਜੀ, ਆਪਣੀ ਜ਼ਿੰਮੇਵਾਰੀ ਤੋਂ ਤਾਂ ਭੱਜ ਰਹੇ ਆ ਡਾਕਟਰ ਸਾਹਿਬ। ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਜੁਦੀ ਗੱਲ ਹੈ। ਦੂਜਾ, ਮਖੌਲ ਕਰਨਾ ਕਿਸੇ ਦੇ ਨਾਲ। ਇੱਕ ਸੀਰੀਅਸ ਇਸ਼ੂ ਸੀ ਉਸ ਜੋੜੇ ਲਈ ਜੀ, ਕਿ ਉਹ ਬਜ਼ੁਰਗ ਨੇ, ਉਹ ਜਿਹੜੀ ਆਪਣੀ ਪ੍ਰਸਕ੍ਰਿਪਸ਼ਨ ਫਿਲ ਨਹੀਂ ਕਰ ਸਕਦੇ, ਉਹਨਾਂ ਦੇ ਫਾਰਮਾਸਿਸਟ ਨੇ ਜਵਾਬ ਦੇ ਦਿੱਤਾ। ਠੀਕ ਹੈ, ਚਲੋ ਐਡ ਪਾਈ ਉਹਨਾਂ ਨੇ, ਬਾਅਦ ਅਖੀਰਲਾ ਉਹ ਕੀ ਕਹਿੰਦੇ, ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਹਾਂਜੀ, ਉਹਨਾਂ ਨੇ ਐਡ ਪਾਈ, ਕਿਸੇ ਚੰਗੇ ਡਾਕਟਰ ਨੇ ਉਹਨਾਂ ਨੂੰ ਰਿਸਪੌਂਡ ਕਰ ਦਿੱਤਾ ਤੇ ਉਹ ਚਲੇ ਗਏ ਉਸ ਡਾਕਟਰ ਦੇ ਕੋਲ। ਤੇ ਉਸ ਇਸ਼ੂ ਨੂੰ ਲੈ ਕੇ ਇੱਕ ਜੋਕ ਬਣਾਉਣਾ, ਆਪਣੀ ਜਿਹੜੀ ਇਸ਼ੂ ਆ, ਆਪਣੇ ਜਿਹੜੀ ਜ਼ਿੰਮੇਵਾਰੀ ਆ, ਉਹਨੂੰ ਲੁਕਾਉਣ ਲਈ, ਆਪਣੀ ਨਾਕਾਮੀ ਨੂੰ ਲੁਕਾਉਣ ਲਈ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਡਾਕਟਰ ਸਾਹਿਬ, ਜਿਹੜੀ ਮਿਨਿਸਟਰੀ ਆਫ ਹੈਲਥ ਆ, ਹੁਣ ਤੁਸੀਂ ਉਹਨਾਂ ਦਾ ਵੀ ਬਿਆਨ ਦੇਖ ਲਓ ਇਸ ਚੀਜ਼ ਦੇ ਉੱਪਰ
ਕਹਿੰਦੇ ਕਿ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਧਿਆਨ ਦੇ ਵਿੱਚ ਇਹ ਤੁਸੀਂ ਜਿਹੜਾ ਵਿਸ਼ਾ ਲਿਆਂਦਾ ਤੇ ਅਸੀਂ ਇਸ ਚੀਜ਼ ਦੇ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਸੋਲਵ ਹੋ ਗਿਆ ਆਪਣੇ ਆਪ। ਦੇਖੋ, ਜੇ ਝੂਠ ਬੋਲਣਾ ਸਿੱਖਣਾ ਹੋਵੇ ਤਾਂ ਇਹ ਮਿਨਿਸਟਰੀ ਵਾਲਿਆਂ ਤੋਂ ਸਿੱਖੋ। ਹਰ ਇੱਕ ਰਿਪੋਰਟ ਕਹਿੰਦੀ ਆਈ ਹੈ, ਹੁਣ ਕੁਝ ਹਫ਼ਤੇ ਪਹਿਲਾਂ ਹੀ ਅਸੀਂ ਡਿਸਕਸ ਕੀਤਾ ਸੀ ਕਿ 10 ਲੱਖ ਲੋਕਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ BC ਦੇ ਵਿੱਚ। ਹਾਂਜੀ। ਤਾਂ BC ਦੇ ਵਿੱਚ 52 ਲੱਖ ਲੋਕ ਰਹਿੰਦੇ ਬਸ ਜੀ। 42 ਲੱਖ ਤੋਂ 10 ਲੱਖ ਲੋਕਾਂ ਤੋਂ ਹੈ ਨਹੀਂ, ਤੇ ਲੱਖ ਬੰਦਾ ਸਿਰਫ ਵਿਕਟੋਰੀਆ ਰਹਿੰਦਾ। ਹਾਂਜੀ। ਅੱਛਾ, ਕੈਪੀਟਲ ਸਿਟੀ ਚ। ਇਹ ਅੱਜ ਦੀਆਂ ਰਿਪੋਰਟਾਂ ਨਹੀਂ, ਇਹ ਜੇ ਇਹਨਾਂ ਨੂੰ ਆਪ ਨਹੀਂ ਪਤਾ ਹੈਲਥ ਮਿਨਿਸਟਰੀ ਨੂੰ, ਅਖਬਾਰ ਹੀ ਪੜ੍ਹ ਲਿਆ ਕਰਨ। ਹਾਂਜੀ। ਜੇ ਐਡਾ ਵੱਡਾ ਝੂਠ ਬੋਲਣਾ ਤੁਸੀਂ ਸਟੇਟਮੈਂਟ ਦੇ ਕੇ ਕਿ ਚਲੋ ਬਈ ਸਾਨੂੰ ਪਤਾ ਲੱਗ ਗਿਆ, ਇਹਨਾਂ ਦਾ ਮਸਲਾ ਸੋਲਵ ਹੋ ਗਿਆ। ਉਹਨਾਂ ਨੇ ਡਾਕਟਰ ਸਾਹਿਬ ਤੁਸੀਂ ਆਪ ਦੇਖ ਲਓ, ਜਦੋਂ ਡਾਕਟਰ ਲੱਭ ਰਹੇ ਸੀ, ਫੈਮਿਲੀ ਡਾਕਟਰ ਲੱਭ ਰਿਹਾ ਸੀ, ਜਦੋਂ ਉਹ ਕਪਲ ਕਿੰਨਾ ਪਰੇਸ਼ਾਨ ਸੀ, ਉਹਨਾਂ ਨੇ ਹੈਲਥ ਮਿਨਿਸਟਰੀ ਨੂੰ ਵੀ ਕੰਟੈਕਟ ਕੀਤਾ। ਉਹਨਾਂ ਨੇ ਆਪਣੇ ਵੱਲੋਂ ਕੋਈ ਵੀ ਇਹੋ ਜਿਹਾ ਐਫਰਟਸ ਨਹੀਂ ਸੀ ਜਿਹੜਾ ਨਾ ਕੀਤਾ ਹੋਵੇ ਡਾਕਟਰ ਲੱਭਣ ਦੇ ਲਈ। ਲਾਸਟ ਦੇ ਵਿੱਚ ਜਾ ਕੇ ਉਹਨਾਂ ਦੇ ਕੋਲੇ ਇਹ ਸੀ ਸਿਰਫ ਆਪਸ਼ਨ ਕਿ ਚਲੋ ਨਿਊਜ਼ਪੇਪਰ 'ਚ ਐਡ ਪਾ ਦਿੰਦੇ ਆ। ਫਿਰ ਦੇਖੋ, ਹੈਲਥ ਮਿਨਿਸਟਰੀ ਨੇ ਸਟੇਟਮੈਂਟ ਦੇ ਕੇ ਇਹ ਸਾਬਤ ਕੀਤਾ ਕਿ ਅਸੀਂ ਝੂਠ ਬੋਲ ਸਕਦੇ ਹਾਂ, ਬੜਾ ਨੰਗਾ ਚਿੱਟਾ ਝੂਠ ਔਰ ਵੱਡਾ ਝੂਠ ਬੋਲ ਸਕਦੇ ਹਾਂ। ਹਾਂਜੀ। ਤੇ ਪ੍ਰੀਮੀਅਰ ਸਾਹਿਬ ਨੇ ਝੂਠ ਵੀ ਬੋਲਿਆ ਔਰ ਮਜ਼ਾਕ ਵੀ ਕੀਤਾ। ਇਹ ਮਜ਼ਾਕ ਵੈਸੇ ਉਹਨਾਂ ਤੇ ਹੀ ਕਰਨਾ ਚਾਹੀਦਾ ਹੈ, ਇਹ ਉਲਟਾ ਉਹਨਾਂ ਤੇ ਸਵਾਲ ਪੁੱਛਣਾ ਚਾਹੀਦਾ। ਉਹਨਾਂ ਨੂੰ ਪੁੱਛਿਆ ਵੀ ਆ ਲੋਕਾਂ ਨੇ, ਕਈਆਂ ਨੇ ਕਾਲਮ ਲਿਖ ਕੇ, ਕਿ ਤੁਸੀਂ ਜਿਹੜੇ ਹੈਲਥ ਕੇਅਰ ਸਿਸਟਮ ਨੂੰ ਮੈਨੇਜ ਕਰ ਰਹੇ ਆ ਔਰ ਮਿਸਮੈਨੇਜ ਕਰ ਰਹੇ ਆ। ਜੀ, ਹੁਣ ਤੁਸੀਂ ਡਾਕਟਰ ਸਾਹਿਬ ਇਹ ਕਰੈਕਟ ਵਰਡ ਐਕਚੁਅਲੀ ਮੈਨੇਜ ਨਹੀਂ ਹੈ, ਮਿਸਮੈਨੇਜ ਹੀ ਕਰ ਰਹੇ ਆ। ਮਿਸਮੈਨੇਜ ਹੀ ਕਰ ਰਹੇ ਆ ਤੁਸੀਂ, ਕਿਉਂਕਿ ਜਦੋਂ ਵੀ ਫੈਡਰਲ ਸਰਕਾਰ ਤੁਹਾਨੂੰ ਇਕੱਠੇ ਪੈਸੇ ਦਿੰਦੀ ਹੈ ਬਜਟ ਦੇ ਵਿੱਚ, ਹੈਲਥ ਕੇਅਰ ਲਈ ਦਿੰਦੀ ਹੈ, ਉਹ ਤਾਂ ਪੈਸੇ ਦੇ ਦਿੰਦੇ ਆ। ਹਾਂਜੀ। ਉਹਨਾਂ ਨੇ ਤਾਂ ਸਿਰਫ ਇੱਕ ਕੈਨੇਡਾ ਹੈਲਥ ਐਕਟ ਲਾਗੂ ਕੀਤਾ ਹੁੰਦਾ ਸੀ, ਉਹਦੀਆਂ ਸ਼ਰਤਾਂ ਵੀ ਕਦੇ ਲਾਗੂ ਨਹੀਂ ਕੀਤੀਆਂ ਉਹਨਾਂ ਨੇ। ਯੂਨੀਵਰਸਲ ਹੋਣਾ ਚਾਹੀਦਾ ਹੈ, ਪੋਰਟੇਬਲ ਹੋਣਾ ਚਾਹੀਦਾ ਹੈ, ਇਹ ਪਬਲਿਕ ਹੋਣਾ ਚਾਹੀਦਾ ਹੈ। ਹਾਂ, ਇੱਥੇ 70% ਪਬਲਿਕ ਆ, 30% ਪ੍ਰਾਈਵੇਟ ਆ। ਪ੍ਰਾਈਵੇਟ ਦੇ ਵਿੱਚ ਇੱਥੇ ਪ੍ਰਾਈਵੇਟ ਕਲੀਨਿਕਸ ਖੁੱਲੀਆਂ ਹੈ। ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਪਬਲਿਕ ਹੈਲਥ ਕੇਅਰ ਦਿੰਦਾ ਹੀ ਨਹੀਂ। ਹਾਂਜੀ। ਅੱਛਾ, ਉਹ ਹੈਲਥ ਕੇਅਰ ਕੈਨੇਡਾ ਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ, ਜਿਹੜਾ ਕਦੇ ਉਹਨਾਂ ਨੇ ਪੁੱਛਿਆ ਨਹੀਂ। ਜਸਟਿਨ ਟਰੂਡੋ ਨੇ ਜਿਸ ਦਿਨ ਦਾ ਆਇਆ ਅੱਜ ਤਾਈਂ ਕਦੇ ਉਹ ਸੰਵਿਧਾਨ ਦੇ ਵਿੱਚ ਜਿਹੜੇ ਹੱਕ ਮਿਲੇ ਆ ਸਾਨੂੰ, ਉਹਨਾਂ ਲਈ ਖੜ ਨਹੀਂ ਸਕਿਆ। ਹਾਂਜੀ। ਕਿਊਬੈਕ ਨੇ ਜੋ ਕੁਝ ਕੀਤਾ ਉੱਥੇ ਮਾਈਨੋਰਿਟੀਜ਼ ਲਈ, ਇੰਗਲਿਸ਼ ਸਪੀਕਰਜ਼ ਲਈ, ਤੇ ਉਹਨਾਂ ਦੇ ਕਦੇ ਵੀ ਇੱਕ ਬਿਆਨ ਤੱਕ ਨਹੀਂ ਦਿੱਤਾ। ਹਾਂਜੀ। ਚੁੱਪ ਕਰਕੇ ਬੈਠੇ ਨਾ। ਹਾਂਜੀ। ਅੱਛਾ, ਉਹ ਪੈਸੇ ਫੜਾਈ ਜਾਂਦੇ ਚੁੱਪ ਕਰਕੇ। ਇਹ ਇਦਾਂ ਹੀ ਸੋਚਦੇ ਆ ਕਿ ਅਸੀਂ ਉਹਨਾਂ ਤੋਂ ਪੈਸੇ ਲੈ ਕੇ ਗਾਹਾਂ ਸਬਸਿਡੀ ਦੇਵਾਂਗੇ। ਤੁਸੀਂ ਸਬਸਿਡੀ ਕਾਹਦੀ ਦੇਣ ਲੱਗੇ ਆ? ਤੁਹਾਡੇ ਤੋਂ $1 ਬਿਲੀਅਨ ਹੈਗਾ ਰਾਇਲ ਮਿਊਜ਼ੀਅਮ ਬਣਾਉਣ ਲਈ, ਤੇ ਹਸਪਤਾਲਾਂ ਲਈ ਹੈ ਨਹੀਂ ਪੈਸੇ, ਹੈਲਥ ਕੇਅਰ ਲਈ ਹੈ ਨਹੀਂ ਇਹਨਾਂ ਕੋਲ। ਡਾਕਟਰ ਸਾਹਿਬ ਸਹੀ ਗੱਲ ਤੁਸੀਂ ਕਹੀ ਹੈਗੀ ਆ। ਉਸ ਦਿਨ ਲੋਕਾਂ ਨੇ ਪੁੱਛਿਆ ਕਿ ਸਾਈਜ਼ਮਿਕ ਅਪਗ੍ਰੇਡਿੰਗ, ਜਿੱਦਾਂ ਭੁਚਾਲ ਆ ਜਿਵੇਂ ਸਾਡੇ ਬੱਚੇ ਸਕੂਲਾਂ ਦੇ ਵਿੱਚ ਆ, ਉਹ ਸਾਈਜ਼ਮਿਕ ਅਪਗ੍ਰੇਡਿੰਗ ਜਿਹੜੀ ਤੁਸੀਂ ਬੰਦ ਕਰ ਦਿੱਤੀ ਹੈ, ਤੇ ਮਿਊਜ਼ੀਅਮ ਬਣਾ ਰਹੇ ਆ ਆਪਣੇ ਯਾਰਾਂ ਦੋਸਤਾਂ ਲਈ, ਜਿਹੜੇ ਯੱਪੀ ਯਾਰ ਦੋਸਤ ਆ, ਜਿਨ੍ਹਾਂ ਨੇ ਆ ਕੇ ਦੇਖਣਾ ਆ। NDP ਦੇ ਵਿੱਚ ਉਹ ਵੀ ਬੰਦੇ ਆ ਨਾ ਜਿਹੜੇ ਬੁੱਧੀਜੀਵੀ, ਜਿਹੜੇ ਮਿਊਜ਼ੀਅਮ ਦੇਖਦੇ ਆ, ਬੜਾ ਮਜ਼ਾ ਲੈਂਦੇ ਆ। ਉਹਨਾਂ ਨੂੰ ਖੁਸ਼ ਕਰਨ ਲਈ ਨਾ ਛੋਟੇ ਜਿਹੇ ਗਰੁੱਪ ਨੂੰ $1 ਬਿਲੀਅਨ ਖਰਚ ਰਹੇ, ਤੇ ਹਸਪਤਾਲਾਂ ਲਈ ਇਹਨਾਂ ਤੋਂ ਪੈਸੇ ਹੈ ਨਹੀਂ। ਲੋਕਾਂ ਦੀ ਸਿਹਤ ਦੇ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ। ਉਹ ਕਿਵੇਂ ਤੜਫ ਰਹੇ ਹੈਗੇ ਆ। ਜਿਹੜੀ ਇਸ਼ੂ ਉਹਨਾਂ ਨੇ ਸਟੇਟਮੈਂਟ ਕੀਤੀ ਹੈ, ਉਹ ਕਹਿੰਦੇ ਹੁੰਦੇ ਆ ਵੀ ਚੰਦ ਤੇ ਥੁੱਕਿਆ ਮੂੰਹ ਤੇ ਪੈਣਾ। ਜਿਹੜੀ ਇਸ਼ੂ ਤੁਸੀਂ ਮਜ਼ਾਕ ਬਣਾਉਨੇ ਆ, ਤੇ ਉਹ ਤੁਹਾਡੇ ਹੀ ਮੂੰਹ ਤੇ ਪੈਣੀ। ਮਜ਼ਾਕ ਵੀ ਉਸੇ ਤਰੀਕੇ ਨਾਲ ਹੁੰਦਾ, ਜੇ ਤੁਸੀਂ ਚੰਦ ਤੇ ਥੁੱਕਦੇ ਆ ਤੇ ਮੂੰਹ ਤੇ ਪੈਂਦਾ। ਹਾਂਜੀ। ਜੇ ਕਿਸੇ ਇਸ਼ੂ, ਸੀਰੀਅਸ ਇਸ਼ੂ ਦਾ ਮਜ਼ਾਕ ਬਣਾਉਨੇ ਆ, ਉਹ ਤੁਹਾਡੇ ਹੀ ਮੂੰਹ ਤੇ ਪੈਣਾ ਜੀ। ਇਸ ਕਰਕੇ ਪੈਣਾ ਕਿ ਜਿਹੜੀ ਮੈਨੇਜਮੈਂਟ ਔਰ ਮਿਸਮੈਨੇਜਮੈਂਟ ਤੁਸੀਂ ਕੀਤੀ ਆ, ਉਹਦਾ ਸਿੱਟਾ ਇਹ ਆ ਕਿ ਇਹਨਾਂ ਨੇ ਆਪਣੇ ਆਪ ਨੂੰ ਇੱਕ ਕੋਈ ਸਟੱਡੀ ਕਰਵਾਈ ਆ ਹੈਲਥ ਕੇਅਰ ਦੇ ਵਿੱਚ, ਜਿਹੜੀ ਇਹ ਸਾਬਤ ਕਰੇ ਕਿ ਜੇ ਫੈਡਰਲ ਸਰਕਾਰ ਤੁਹਾਨੂੰ ਪੈਸੇ ਦਿੰਦੀ ਆ ਤਾਂ ਫਿਰ ਸਭ ਕੁਝ ਸੁਧਰ ਜਾਊਗਾ। ਪੈਸਾ ਤਾਂ ਨਹੀਂ ਸਭ ਕੁਝ ਸੁਧਾਰਦਾ। ਹਾਂਜੀ। ਕੁਝ ਚੀਜ਼ਾਂ ਸਾਨੂੰ ਆਪਣੀਆਂ ਮੈਨੇਜ ਵੀ ਕਰਨੀਆਂ ਪੈਂਦੀਆਂ ਜੀ। ਬਿਲਕੁਲ। ਕੀ ਸਿਰਫ ਪੈਸੇ ਦੀ ਕਮੀ ਹੈ?
ਇਹ ਕੀ ਇਹਨਾਂ ਨੇ ਸ਼ੋਅ ਕਰ ਦਿੱਤਾ? ਕੀ ਇਹਨਾਂ ਦੀ ਸਟੱਡੀ ਕੋਈ ਸ਼ੋਅ ਕਰਦੀ ਹੈ ਕਿ ਪੈਸੇ ਦੀ ਕਮੀ ਹੈ? ਕੋਈ ਇਹਨਾਂ ਨੇ ਰਿਵਿਊ ਕਰਵਾਇਆ ਹੋਵੇ, ਇਹਨਾਂ ਨੂੰ ਪਤਾ ਲੱਗਿਆ ਹੋਵੇ ਕਿ ਪ੍ਰੋਬਲਮ ਆਈ ਕਾਤੇ, ਜਿਵੇਂ ਪਹਿਲਾਂ ਫੈਮਿਲੀ ਡਾਕਟਰਸ ਜ਼ਿਆਦਾ ਸੀ। ਪੈਸਾ ਵੇਸਟ ਇਹ ਕਿੱਦਾਂ ਕਰਦੇ ਆ? ਪਟੋਲੋ ਬ੍ਰਿਜ ਤੇ ਇੱਕ ਲੜਾਈ ਲੱਗੀ, ਇਹ ਯੂਨੀਅਨ ਦੀ ਪਾਰਟੀ ਆ, ਯੂਨੀਅਨਸ ਪੈਸੇ ਦਿੰਦੀਆਂ ਆ, ਯੂਨੀਅਨ ਦੇ ਬੰਦੇ ਇਹਨਾਂ ਨੂੰ ਰਨ ਕਰਦੇ। ਯੂਨੀਅਨਾਈਜ਼ਡ ਕੰਪਨੀ ਨੂੰ ਦਿੱਤੀ, ਜਿਹਨੇ ਕਿ ਜੇ ਉਹ 20 ਮਿਲੀਅਨ ਨੂੰ ਉਹਦੀ ਕੰਸਟਰਕਸ਼ਨ ਠੀਕ ਹੋਣੀ ਹੋਵੇ ਤਾਂ ਇੱਥੇ ਇਹ 40 ਮਿਲੀਅਨ ਦੇਣ ਨੂੰ ਤਿਆਰ ਆ ਕਿ ਉਹ ਯੂਨੀਅਨ 'ਚ ਹੋਣੇ ਚਾਹੀਦੇ ਜੀ ਜ਼ਰੂਰ ਜੀ। ਅੱਛਾ, ਤੁਸੀਂ ਸਾਰੇ ਪੰਜਾਬੀ ਜਾ ਕੇ ਦੇਖ ਲਿਓ, ਜਿੱਥੇ ਜਿੱਥੇ ਯੂਨੀਅਨ ਦੇ ਬੰਦੇ ਕੰਮ ਕਰਦੇ ਆ, ਕਦੇ ਦੇਖਿਆ ਕਦੇ ਪੰਜਾਬੀ ਕੰਮ ਕਰਦਾ? ਨਹੀਂ। ਕਦੇ ਨਿਗਾਹ ਮਾਰ ਕੇ ਦੇਖਿਓ, ਇੱਥੇ ਕੰਸਟਰਕਸ਼ਨ ਚੱਲਦੀ ਹੈ ਨਾ, ਉੱਥੇ ਜਿਹੜਾ ਡੰਡਾ ਜਿਹਾ ਵੀ ਲੈ ਕੇ ਖੜੇ ਹੁੰਦੇ ਆ, ਉਹ ਵੀ ਗੋਰੇ ਖੜੇ ਹੁੰਦੇ ਆ। ਹਾਂਜੀ, ਫਲੈਗ ਉਹਨਾਂ ਕੋਲ। ਇਹ ਸਾਰੇ ਯੂਨੀਅਨ ਵਾਲੇ ਆ ਬੰਦੇ ਜੀ। ਇਹ ਸਾਰੀਆਂ ਯੂਨੀਅਨ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਕੰਪਨੀਆਂ ਆ, ਇਹਨਾਂ ਨੇ ਸਹੁੰ ਖਾਦੀ ਵੀ ਐਂਗਲੋ ਸੈਕਸਨ ਤੋਂ ਬਿਨਾਂ ਬੰਦਾ ਨਹੀਂ ਰੱਖਣਾ ਸੀ। ਹਾਂਜੀ। ਤੇ ਇਹ ਹਿੰਮਤ ਇਹਨਾਂ ਦੀ ਹੈ, ਹਿੰਮਤ ਸਾਡੇ ਬੰਦਿਆਂ ਦੀ ਜਾ ਕੇ ਸਵਾਲ ਹੀ ਪੁੱਛਾਂ। ਡਾਕਟਰ ਸਾਹਿਬ ਬਸ ਆਪਣੇ ਬੰਦੇ ਤਾਂ ਚੁੱਪ ਕਰਕੇ ਬੈਠਣ ਨੂੰ ਹੀ ਨੇ, ਇਹਨਾਂ ਨੇ ਅੱਜ ਤੱਕ ਕੋਈ ਸਵਾਲ ਇਸ ਵਿਸ਼ੇ ਤੇ ਕੀਤਾ ਨਹੀਂ ਹੈਗਾ। ਹੁਣ ਜਿਵੇਂ ਆਪਾਂ ਗੱਲ ਵੀ ਕੀਤੀ ਹੈ, ਇਸ਼ੂ ਇੰਨਾ ਜ਼ਿਆਦਾ ਸੀਰੀਅਸ ਸੀ ਵੀ ਇੱਕ ਕਪਲ ਨੂੰ ਆਪਣੇ ਜਿਹੜਾ ਹੈਲਥ ਇਸ਼ੂ ਆ ਜਨਤਕ ਕਰਨਾ ਪੈ ਗਿਆ, ਉਹਨੂੰ ਮਜ਼ਾਕ ਜਿਹਾ ਬਣਾ ਕੇ ਪੇਸ਼ ਕੀਤਾ ਗਿਆ ਲੋਕਾਂ ਦਾ ਧਿਆਨ ਹਟਾਉਣ ਦੇ ਲਈ। ਪਰ ਅਖੀਰ ਦੇ ਵਿੱਚ ਮੈਂ ਤਾਂ ਸਿਰਫ ਇੰਨਾ ਕਹਿੰਦੀ ਕਿ ਸਰਕਾਰ ਦੀ ਬਹੁਤ ਵੱਡੀ ਫੇਲੀਅਰ ਆ। ਪੂਰੀ ਆਪਣੀ ਫੇਲੀਅਰ ਨੂੰ ਕਿੱਦਾਂ ਲੁਕਾਉਣਾ ਆ, ਉਹ ਹੈਗਾ ਪੀਆਰ ਇਹਨਾਂ ਨੇ ਕਰ ਦਿੱਤਾ। ਹਾਂਜੀ ਡਾਕਟਰ ਸਾਹਿਬ, ਰੁਕ ਕਰਦੇ ਆ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਅਮਰੀਕਾ ਦੇ ਵਿੱਚ ਦੱਖਣੀ ਸਰਹੱਦ ਤੋਂ ਇਲੀਗਲ ਜਿਹੜੇ ਇਮੀਗ੍ਰੈਂਟਸ ਹੈਗੇ ਆ, ਉਹਨਾਂ ਦੀ ਗਿਣਤੀ ਵਿੱਚ ਤਾਂ ਵਾਧਾ ਹੋਇਆ ਹੀ ਆ, ਪਰ ਜਿਹੜੀ ਡਰੱਗ ਹੈਗੀ ਆ ਉੱਥੋਂ ਉਹ ਵੀ ਬਹੁਤ ਜ਼ਿਆਦਾ ਸਪਲਾਈ ਹੁੰਦੀ ਹੈ, ਇੱਕ ਤਰ੍ਹਾਂ ਨਾਲ ਐਕਸਪ੍ਰੈਸ ਵੇ ਬਣ ਗਿਆ। ਕੀ ਕਹਿਣਾ ਚਾਹੋਗੇ? ਦੇਖੋ, ਮੈਕਸੀਕਨ ਡਰੱਗ ਕਾਰਟੇਲਸ ਬਹੁਤ ਦੇਰ ਦੇ ਇੱਥੇ ਸਮਗਲ ਕਰਦੇ ਆ ਡਰੱਗਸ ਨੂੰ, ਤੇ ਹੁਣ ਉਹਨਾਂ ਨੇ ਇੱਕ ਤਰੀਕਾ ਲੱਭਿਆ ਹੈ ਕਿ ਜਿਹੜੇ ਮਾਈਗਰੈਂਟਸ ਆਉਂਦੇ ਆ ਉਹਨਾਂ ਦੇ ਕੋਲ ਹਰ ਤਰ੍ਹਾਂ ਦੀ ਡਰੱਗ ਭੇਜਦੇ ਆ। ਜੇ ਫੜੇ ਗਏ, ਕਿਉਂਕਿ ਇਹ ਸੌਖੀ ਅੱਜ ਕੱਲ੍ਹ ਤਰੀਕਾ ਸੌਖਾ ਨਾ, ਤਾਂ ਹੈਰੋਇਨ ਪਹਿਲਾਂ ਭੇਜਦੇ ਹੁੰਦੇ ਸੀ, ਫਿਰ ਪਹਿਲਾਂ ਮੋਰਫੀਨ ਹੁੰਦੀ ਸੀ ਜਿਹੜੀਆਂ ਪੇਨ ਕਿਲਰਸ ਦੇ ਤੌਰ ਤੇ ਵੀ ਯੂਜ਼ ਕੀਤੀਆਂ ਜਾਂਦੀਆਂ। ਹਾਂਜੀ। ਹੁਣ ਇਹ ਹੈਰੋਇਨ ਦੇ ਉੱਤੇ ਫੈਂਟਨਲ ਦੇ ਨਾਲ ਲੇਸ ਕੀਤੀ ਹੁੰਦੀ ਹੈ। ਹਾਂਜੀ। ਤੇ ਹੈਰੋਇਨ ਤੋਂ ਜਿਹੜੀ ਫੈਂਟਨਲ ਆ ਉਹ ਕੋਈ 50 ਗੁਣਾ ਜ਼ਿਆਦਾ ਤਾਕਤਵਰ ਆ, ਮਤਲਬ ਡੈਡਲੀ ਆ। ਤਾਕਤਵਰ ਵੀ ਕਾਹਨੂੰ ਕਹਿਣਾ, ਤਾਕਤ ਤਾਂ ਹੀ ਪਹਿਲਾਂ ਓਰੀਜਨਲੀ ਅਫੀਮ ਵਰਤਦੇ ਹੁੰਦੇ ਸੀ। ਜੇ ਕੋਈ ਅਫੀਮ ਖਾਣ ਵਾਲਾ ਬੰਦਾ ਆ, ਜੇ ਦੂਸਰਾ ਬੰਦਾ 100 ਭਰੀ ਕੱਟਦਾ ਤਾਂ ਉਹ 150 ਕੱਟ ਦਿੰਦਾ ਸੀ। ਹੁਣ ਇੱਕ ਫਿਰ ਉਸ ਤੋਂ ਬਾਅਦ ਅਫੀਮ ਤੋਂ ਹੈਰੋਇਨ ਬਣਾਉਣੀ ਸ਼ੁਰੂ ਕੀਤੀ। ਪਹਿਲਾਂ ਇਹਦੇ ਕੋਲ ਸਾਡੇ ਹੋਰ ਵੀ ਡਰੱਗਸ ਆਈਆਂ, ਪਰ ਹੈਰੋਇਨ ਬਣਾਉਂਦੇ ਆ। ਜਿਹੜੀ ਫਰਟੀਲਾਈਜ਼ਰ ਇੰਡਸਟਰੀ ਆ, ਜਿਹੜੀ ਖਾਦਾਂ ਪ੍ਰੋਡਿਊਸ ਕਰਦੇ ਆ, ਉਹਨਾਂ ਤੋਂ ਜਿਹੜੀਆਂ ਕੈਮੀਕਲਸ ਆ ਉਹ ਵਿੱਚ ਵਰਤ ਕੇ ਇਹਦੇ ਹੈਰੋਇਨ ਬਣਾਉਂਦੇ ਉਹਦੀ। ਇਹ ਵੀ ਆਪਣੇ ਆਪ ਦੇ ਵਿੱਚ ਡੈਡਲੀ ਆ, ਪਰ ਇਹਨੂੰ ਹੁਣ ਫੈਂਟਾਲਿਨ ਦੇ ਨਾਲ ਜਿਹੜੀ ਲੇਸ ਕਰਦੇ ਆ ਨਾ, ਉਹ ਬਹੁਤ ਜ਼ਿਆਦਾ ਖਤਰਨਾਕ ਹੈ, 50 ਗੁਣਾ ਖਤਰਨਾਕ ਹੈ। ਉਹਦੇ ਨਾਲ ਬੰਦੇ ਜਿਹੜੇ ਬੰਦੇ ਮਰਦੇ ਆ ਉਹ ਫੈਂਟਾਲਿਨ ਦੇ ਨਾਲ ਹੀ ਮਰਦੇ ਆ। ਇੱਕ 2 ਇਮੀਗ੍ਰੈਂਟਸ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚੋਂ ਫੜੇ। ਉਹ ਇਸ ਕਰਕੇ ਨਹੀਂ ਫੜੇ ਵੀ ਉਹ ਕ੍ਰਾਸ ਕਰ ਰਹੇ ਸੀ, ਕ੍ਰਾਸ ਤਾਂ ਕਰ ਗਏ ਉਹ। ਹਾਂਜੀ। ਉਹਨਾਂ ਨੇ ਕੋਈ ਹੋਰ ਗੁਨਾਹ ਕੀਤਾ ਹੋਣਾ ਜਿਹੜਾ ਪੁਲਿਸ ਨੇ ਘੇਰ ਲਿਆ ਉਹਨਾਂ ਨੂੰ, ਤਾਂ ਪੁਲਿਸ ਨੇ ਫੜੇ। ਉਹਨਾਂ ਦੇ ਕੋਲ 1,75,000 ਟੈਬਲੇਟ ਸੀਗੀਆਂ। ਹਾਂਜੀ। ਗੋਲੀਆਂ ਉਹਨਾਂ ਦੇ ਕੋਲ ਹੈਰੋਇਨ ਦੀਆਂ, ਹੈਰੋਇਨ ਵੀ ਲੇਸਡ ਵਿਦ ਫੈਂਟਨਲ, ਜਿਹੜੀ ਕਿ ਕਈ ਬੰਦਿਆਂ, 1000 ਬੰਦਿਆਂ ਨੂੰ ਮਾਰ ਸਕਦੀ ਆ। ਹੁਣ ਇਹ ਉਹਨਾਂ ਦੀ ਡਰੱਗ ਉਹਨਾਂ ਦੀ ਤਾਂ ਹੈ ਨਹੀਂ ਗੀ। ਜਿਹੜੇ ਗਰੀਬ ਲੋਕੀ ਉੱਥੇ ਮੈਕਸੀਕੋ 'ਚੋਂ ਆਉਂਦੇ ਆ ਜਾਂ ਸੈਂਟਰਲ ਅਮਰੀਕਾ ਦੇ ਆਉਂਦੇ ਆ, ਬਾਰਡਰ ਕ੍ਰਾਸ ਕਰਦੇ ਆ, ਉਹਨਾਂ ਨੂੰ ਡਰੱਗ ਕਾਰਟਲ ਜਿਹੜੇ ਡਰੱਗ ਡੀਲਰ ਆ ਉਹ ਉਹਨਾਂ ਦੇ ਕੋਲ ਫੜਾਉਂਦੇ ਆ। ਜੇ ਤਾਂ ਫੜੇ ਗਏ ਤਾਂ ਫਿਰ ਉਹ ਜੇਲ੍ਹ 'ਚ ਆ, ਸਾਰੀ ਉਮਰ ਜੇਲ੍ਹ 'ਚ ਬੈਠੇ ਰਹਿਣਗੇ। ਹਾਂਜੀ। ਤੇ ਜੇ ਨਿਕਲ ਗਏ ਤਾਂ ਉਹਨਾਂ ਤੋਂ ਖੋਹ ਲੈਂਦੇ ਆ। ਉਹਨਾਂ ਦੇ ਡਰੱਗ ਡੀਲਰ ਇੱਧਰ ਕੈਲੀਫੋਰਨੀਆ 'ਚ ਬੈਠੇ ਆ, ਟੈਕਸਸ ਦੇ ਵਿੱਚ ਬੈਠੇ ਆ, ਐਰੀਜ਼ੋਨਾ ਦੇ ਵਿੱਚ ਬੈਠੇ ਆ। ਹਾਂਜੀ। ਇੱਥੇ ਸਾਰੇ ਜਿਹੜੀ ਡਰੱਗ ਡੀਲਿੰਗ ਵੈਸੇ ਪਹਿਲਾਂ ਕਰਦੇ ਸੀ ਸ਼ਿਪਿੰਗ ਇੰਡਸਟਰੀ ਦੇ ਨਾਲ, ਜਿਹੜੀ ਅਜੇ ਵੀ ਚੱਲਦੀ ਹੈ, ਕੋਈ ਐਡੀ ਗੱਲ ਨਹੀਂ।
ਅਥਾਰਟੀਜ਼ ਨੂੰ ਇਹ ਵੀ ਪਤਾ ਹੈ, ਅਥਾਰਟੀਜ਼ ਨੂੰ ਇਹ ਜਿਹੜੇ ਲੋਕੀ ਸੋਚਦੇ ਵੀ ਅਥਾਰਟੀਜ਼ ਨੂੰ ਨਹੀਂ ਪਤਾ ਹੈ, ਉਹਨਾਂ ਨੂੰ ਵੀ ਪਤਾ ਹੈ। ਡਾਕਟਰ ਸਾਹਿਬ ਵੈਸੇ ਨਾ ਇੱਕ ਰਿਪੋਰਟ ਦੇ ਵਿੱਚ ਆਇਆ ਸੀਗਾ ਕਿ ਜਿਹੜੇ ਅਥਾਰਟੀਜ਼ ਹੁੰਦੇ ਉਹਨਾਂ ਨੂੰ ਪਤਾ ਵੀ ਡਰੱਗ ਆਉਂਦੀ ਕਿਵੇਂ ਆ, ਕੌਣ ਲੈ ਕੇ ਆਉਂਦਾ, ਤਦ ਵੀ ਉਸ ਤੋਂ ਬਾਅਦ ਵੀ ਉਹ ਕੋਈ ਐਕਸ਼ਨ ਨਹੀਂ ਕਰ ਪਾਉਂਦੇ ਹੈਗੇ। ਉਹਦਾ ਰੀਜ਼ਨ ਕੀ ਆ? ਇਹਦਾ ਮਤਲਬ ਕੋਈ ਨਾ ਕੋਈ ਤਾਂ ਮਿਲਿਆ ਹੋਣਾ। ਤੁਸੀਂ MLA ਜਿਹੜੇ MPs ਆ ਇੱਥੇ ਦੇ, ਇਹਨਾਂ ਨੂੰ ਦੇਖੋ ਵੀ ਇਹਨਾਂ ਦੇ ਨਾਲ ਬੰਦੇ ਕਿੱਦਾਂ ਦੇ ਤੁਰੇ ਫਿਰਦੇ ਆ, ਉੱਥੋਂ ਅੰਦਾਜ਼ਾ ਲਾ ਲਓ ਵੀ ਕੀ ਹੋ ਰਿਹਾ ਇੱਥੇ ਸੁਸਾਇਟੀ ਦੇ ਵਿੱਚ। ਜੀ ਬਿਲਕੁਲ। ਲਾਅ ਮੇਕਰ ਜਿਹੜੇ ਆ ਸਾਡੇ ਉਹਨਾਂ ਦੇ ਨਾਲ ਰਲੇ ਹੋਏ ਨੇ, ਮਿਨਿਸਟਰਸ ਉਹਨਾਂ ਦੇ ਨਾਲ ਰਲੇ ਹੋਏ ਨੇ, ਔਰ ਅਫੀਸ਼ੀਅਲਸ ਉਹਨਾਂ ਦੇ ਨਾਲ ਰਲੇ ਹੋਏ ਨੇ। ਪੋਰਟ ਅਥਾਰਟੀ ਦੇ ਵਿੱਚ ਇੱਥੇ ਤੁਸੀਂ ਜਾ ਕੇ ਦੇਖੋਗੇ ਵੈਨਕੂਵਰ ਦੇ ਵਿੱਚ ਕੁਛ ਇੱਕ ਬਾਕਸ ਆਉਂਦੇ ਆ, ਜਿਹੜੇ ਕੰਟੇਨਰ ਆਉਂਦੇ ਆ ਜਿਨ੍ਹਾਂ ਨੂੰ ਕੋਈ ਨਹੀਂ ਖੋਲ ਸਕਦਾ। ਹਾਲਾਂਕਿ ਕਸਟਮ ਵਾਲੇ ਉਹੀ ਖੋਲਦੇ ਜਿਹੜਾ ਉਹਨੂੰ ਡਰੱਗ ਸਮਗਲਰਸ ਦੱਸਦੇ ਆ, ਜਿਹੜੀਆਂ ਗੈਂਗਸ ਦੱਸਦੀਆਂ ਉਹਨਾਂ ਨੂੰ। ਦੂਸਰਾ ਕੰਟੇਨਰ ਨਹੀਂ ਖੋਲਦੇ, ਉਹ ਕੰਟੇਨਰ ਭਰੇ ਆਉਂਦੇ ਆ ਡਰੱਗ ਦੇ ਉੱਥੋਂ। ਅੱਛਾ, ਖਾਂਦਾ ਤਾਂ ਜਿਹੜਾ ਆਮ ਬੰਦਾ ਹੀ ਆ। ਇਹਨਾਂ ਦੇ ਧੀਆਂ ਪੁੱਤ ਨਹੀਂ ਮਰੇ ਜਿਹੜੇ ਬੰਦੇ ਤੁਰੇ ਫਿਰਦੇ, ਜਿਹੜੇ ਫਾਇਦਾ ਉਠਾਉਂਦੇ ਆ। ਇਹਨਾਂ ਨੂੰ ਇਹ ਆ ਵੀ ਸਾਡੇ ਤਾਂ ਜਿਹੜੇ ਬੱਚੇ ਬਚੇ ਹੋਏ ਆ ਇਹ ਲੋਕਾਂ ਦੇ ਬੱਚਿਆਂ ਲਈ ਜੀ। ਇੱਥੇ ਇੱਕ ਅਮਰੀਕਾ ਦੇ ਵਿੱਚ ਜੇ ਤੁਸੀਂ ਸਟੱਡੀ ਪੜ੍ਹਨੀ ਹੋਵੇ, ਕਾਂਗਰਸ ਨੇ ਆਪਣੇ ਆਪ ਹੀ ਇੱਕ ਸਟੱਡੀ ਕੀਤੀ ਸੀ, ਉਹਨੂੰ ਕਹਿੰਦੇ ਆ ਇਰਾਨ ਕੰਟਰਾ ਅਫੇਅਰ। ਜੇ ਉਹਦੀ ਇੱਕ ਰਿਪੋਰਟ ਵੀ ਆਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਇੱਕ ਵਾਰ ਲੜਾਈ ਇੱਥੇ ਇਸ਼ੂ ਬਣ ਗਈ ਕਿ ਪੈਨਮਾ ਤੋਂ ਬੰਦੇ ਨੂੰ ਫੜ ਕੇ ਲਿਆਏ ਸੀ, ਉਹਨਾਂ ਦੇ ਲੀਡਰ ਨੂੰ, ਵੀ ਉਹਨੇ ਕੋਈ ਕ੍ਰਾਈਮ ਕੀਤੇ US ਦੇ ਖਿਲਾਫ, ਆਹ ਕੀਤਾ ਨੋਰੀਏਗਾ ਨੂੰ। ਉਹਨੂੰ ਜਦੋਂ ਫੜ ਕੇ ਲਿਆਏ ਤਾਂ ਉਸ ਤੋਂ ਬਾਅਦ ਫਿਰ ਭਾਂਡੇ ਫੁੱਲਣੇ ਸ਼ੁਰੂ ਹੋ ਗਏ ਨਾ। ਪਹਿਲਾਂ ਤਾਂ ਉਹ ਇਹਨਾਂ ਦਾ ਬੰਦਾ ਸੀ, ਭਾਂਡੇ ਫੁੱਲਣੇ ਸ਼ੁਰੂ ਹੋਏ ਕਿ ਨਿਕਰਾਗੁਆ ਦੇ ਵਿੱਚ ਕੌਂਟਰਾਜ਼, ਇਹਨੂੰ ਕਾਊਂਟਰ ਰੈਵੋਲੂਸ਼ਨਰੀ ਜਿਹਨਾਂ ਬੰਦਿਆਂ ਨੂੰ ਕਿਹਾ ਜਾਂਦਾ ਸੀ, ਕੌਂਟਰਾਜ਼ ਲੜਦੇ ਸੀ ਸੈਂਡੀਨਿਸਟਾ ਸਰਕਾਰ ਦੇ ਖਿਲਾਫ। ਤੇ ਉਹਨਾਂ ਨੂੰ CIA ਦੇ ਆਪਰੇਟਿਵਸ ਨੇ ਉੱਥੇ ਇਜਾਜ਼ਤ ਦਿੱਤੀ ਕਿ ਜੇ ਤੁਸੀਂ ਵੈਪਨ ਖਰੀਦਣੇ ਆ, ਵੈਪਨ ਜਿਹੜੇ ਜ਼ਿਆਦਾ ਇਰਾਨ ਤੋਂ ਆਉਂਦੇ ਸੀ ਉਸ ਵੇਲੇ, ਇਰਾਨ ਦਾ ਜਿਹੜਾ ਖਸ਼ੋਗੀ ਸੀ ਸਮਗਲਰ ਬਹੁਤ ਵੱਡਾ, ਉਹ ਉਹਨਾਂ ਨੂੰ ਵੈਪਨ ਵੀ ਸਪਲਾਈ ਕਰਦਾ ਸੀ, ਪਰ ਪੈਸੇ ਚਾਹੀਦੇ ਸੀ ਉਹਨਾਂ ਨੂੰ। ਅਫੀਸ਼ੀਅਲੀ ਪੈਸੇ ਕਿੰਨੇ ਕੁ ਦੇਈ ਜਾਣ ਇਹ, ਤੇ ਇਹਨਾਂ ਨੇ ਕਿਹਾ ਉਹਨਾਂ ਨੂੰ ਕੌਂਟਰਾਜ਼ ਨੂੰ ਕਿ ਤੁਸੀਂ ਡਰੱਗ ਵੇਚੋ, ਔਰ ਡਰੱਗ ਵੀ ਅਮਰੀਕਾ ਦੇ ਵਿੱਚ ਵੇਚੋ ਤਾਂ ਹੀ ਮਹਿੰਗੀ ਵਿਕਣੀ ਆ, ਕਿਉਂਕਿ ਜੇ ਤੁਸੀਂ ਮੈਕਸੀਕੋ ਵੇਚਦੇ ਆ ਉਹ ਤਾਂ ਬਹੁਤ ਸਸਤੀ ਵਿਕਣੀ ਹੈ। ਅਸਲੀ ਡਰੱਗ ਤਾਂ ਵਿਕਦੀ ਹੈ ਅਮਰੀਕਾ ਦੇ ਵਿੱਚ। ਆਪਣੇ ਦੇਸ਼ ਦੀ ਏਜੰਸੀ CIA ਉਹਨਾਂ ਨੂੰ ਜਾ ਕੇ ਕਹਿ ਰਹੀ ਹੈ ਕਿ ਤੁਸੀਂ ਸਾਡੇ ਆ ਕੇ ਡਰੱਗ ਵੇਚ ਦਿਓ। ਇਹ ਉਹਦੇ ਵਿੱਚ ਕਾਂਗਰਸ ਦੀ ਰਿਪੋਰਟ ਦੇ ਵਿੱਚ ਲਿਖਿਆ ਹੈ। ਇਰਾਨ ਕੰਟਰਾ ਅਫੇਅਰਸ ਤੇ ਜੇ ਕਿਸੇ ਨੇ ਪੜ੍ਹਨੀ ਹੋਵੇ, ਇਹਨਾਂ ਅਫੀਸ਼ੀਅਲਸ ਦੀ, ਇਹਨਾਂ ਅਥਾਰਟੀਜ਼ ਦੀ ਕਿੰਨੀ ਇੱਕ ਦੂਜੇ ਦੇ ਨਾਲ ਚੱਲਦੀ ਹੈ। ਡਰੱਗ ਸਮਗਲਰਸ, ਵੈਪਨ ਸਮਗਲਰ, ਇਹ ਸਾਰੇ ਆਖਰਕਾਰ ਤਾਂ ਇੱਕੋ ਹੀ ਚੀਜ਼ ਹੈ ਨਾ, ਰਲ ਮਿਲ ਕੇ ਕੰਮ ਕਰਦੇ, ਰਲ ਮਿਲ ਕੇ ਕੰਮ ਕਰਦੇ। ਕੁੱਤੀ ਚੋਰਾਂ ਨਾਲ ਰਲੀ ਆ ਜੀ, ਇਹ ਉੱਥੇ ਹੀ ਨਹੀਂ ਰਲੀ, ਇੱਥੇ ਵੀ ਰਲੀ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ, ਕਿਉਂਕਿ ਜੇ ਆਪਾਂ ਹੁਣ ਦੇਖਦੇ ਹਾਂ US ਡਰੱਗ ਐਨਫੋਰਸਮੈਂਟ ਏਜੰਸੀ ਨੇ ਜਨਵਰੀ ਤੋਂ ਸਤੰਬਰ 2021 ਤੱਕ ਦੇ ਜਿਹੜੇ ਆਪਾਂ ਅੰਕੜੇ ਦੇਖਦੇ ਹਾਂ ਤਾਂ ਉਹਦੇ ਅਨੁਸਾਰ 9.5 ਮਿਲੀਅਨ ਤੋਂ ਵੱਧ ਜਿਹੜੀਆਂ ਗੋਲੀਆਂ ਨੇ ਜ਼ਬਤ ਕੀਤੀਆਂ ਗਈਆਂ ਉਹਨਾਂ ਤੋਂ। ਦੇਖੋ ਤੁਸੀਂ ਕਿੰਨੀ ਜ਼ਿਆਦਾ ਵੱਡੀ ਗਿਣਤੀ ਹੈਗੀ ਹੈ, ਜੋ ਕਿ ਪਿਛਲੇ ਪੂਰੇ 2 ਸਾਲਾਂ ਦੇ ਨਾਲੋਂ ਜ਼ਿਆਦਾ ਹੈਗੀ ਆ। ਤੇ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਹਰ 5 ਗੋਲੀਆਂ ਉਹਨਾਂ ਵਿੱਚੋਂ 2 ਦੇ ਵਿੱਚ ਜਿਹੜੀ ਫੈਂਟਨਿਲ ਹੈਗੀ ਆ ਉਹਨੂੰ ਲੇਸ ਕੀਤਾ ਗਿਆ ਸੀ, ਉਹਨਾਂ ਦੇ ਉੱਪਰ ਜਿਹੜੀਆਂ ਟੈਬਲੇਟਸ ਸੀਗੀਆਂ ਉਹ। ਦੇਖੋ ਇਹ ਤਾਂ ਫੜੀਆਂ ਹੀ ਗਈਆਂ ਨਾ। ਹਾਂਜੀ, ਤੁਸੀਂ ਇਹ ਦੇਖੋ ਵੀ ਨਿਕਲੀਆਂ ਕਿੰਨੀਆਂ ਜੀ। ਜਿਹੜੀ ਕੋਈ ਕੀਮਤ ਕਿਸੇ ਵੀ ਫੈਂਟਨਲ ਜਾਂ ਬਣਾਉਂਦੇ ਆ ਜਾਂ ਹੈਰੋਇਨ ਬਣਾਉਂਦੇ ਆ ਅਫਗਾਨਿਸਤਾਨ ਦੇ ਵਿੱਚ, ਜੇ ਉਹ 1000 ਦੀ ਹੁੰਦੀ ਆ ਨਾ, ਹੌਲੀ ਹੌਲੀ ਸੈਂਟਰਲ ਅਮਰੀਕਾ ਦੇ ਹੁੰਦੀ ਥਾਂ ਜਾਂਦੀ, ਫਿਰ ਰਸ਼ੀਆ ਦੇ ਜਾਂਦੀ, ਫਿਰ ਵੈਸਟਰਨ ਯੂਰਪ ਚ ਆਉਂਦੀ ਹੈ। 1000 ਦੀ ਉਹ 20,000 ਦੀ ਹੋ ਜਾਂਦੀ ਉੱਥੇ ਤੇ ਪਹੁੰਚਦੀ। ਹਾਂਜੀ, ਕਿਉਂਕਿ ਹਰੇਕ ਬਾਰਡਰ ਤੇ ਪੈਸੇ ਲੱਗਦੇ ਜੀ, ਉਹਦੀ ਕੀਮਤ ਲੱਗਦੀ। ਹਾਂਜੀ, ਤਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਯੂਰਪ ਦੇ ਵਿੱਚ ਇਦਾਂ ਹੁੰਦੀ ਸੀ ਕਿ ਹਰੇਕ ਥਾਂ ਤੇ ਛੋਟੇ ਛੋਟੇ ਰਿਆਸਤਾਂ ਹੁੰਦੀਆਂ ਸੀ। ਜੇ ਕਿਸੇ ਨੇ ਕੋਈ ਚੀਜ਼ ਲੈ ਕੇ ਜਾਣੀ ਤੇ ਨਵੀਂ ਰਿਆਸਤ ਨੇ ਨਵਾਂ ਟੈਕਸ ਲਾ ਦੇਣਾ।
ਉਹ ਕਹਿੰਦੇ ਹੱਸਦੇ ਹੁੰਦੇ ਸੀ ਵੀ ਜਿਹੜੀ ਚੀਜ਼ $100 ਦੇ ਵਿੱਚ ਪੈਰਿਸ 'ਚ ਮਿਲਦੀ ਆ ਤੇ ਉਹ 10,000 ਦੀ ਰੋਮ ਜਾਂਦੀ ਜਾਂਦੀ ਹੋ ਜਾਂਦੀ ਹੈ। ਰਾਹ 'ਚ ਟੈਕਸ ਲੱਗਦੇ ਆ ਤੇ ਸਮਗਲਿੰਗ ਵਾਲੇ ਵੀ ਲੈਂਦੇ ਆ ਆਪਣਾ ਆਪਣਾ ਹਿੱਸਾ। ਤੇ ਸ਼ੁਰੂ ਤਾਂ ਉਹ $1,000 ਤੋਂ ਹੁੰਦੀ ਹੈ ਤੇ ਫਿਰ ਉਹ 50,000 ਤਾਈਂ ਪਹੁੰਚ ਜਾਂਦੀ ਹੈ। ਜੀ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੁਸੀਂ। ਇਹ ਜਿਹੜਾ ਸਾਰਾ ਕੰਮ ਆ ਹੁੰਦਾ ਰਲ ਮਿਲ ਕੇ, ਪਰ ਜੇਕਰ ਇਸ ਕੰਮ ਨੂੰ ਜਿਹੜੇ ਹੈਗੇ ਆ ਬਾਰਡਰ ਅਧਿਕਾਰੀ ਆ ਉਹ ਥੋੜੀ ਸਖਤੀ ਰੱਖਣ ਉੱਥੇ ਤਾਂ ਸ਼ਾਇਦ ਕੁਝ ਫਰਕ ਪੈ ਜਾਏ, ਪਰ ਲੱਗਦਾ ਹੈ ਨਹੀਂ। ਇੰਨੇ ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ ਹੈਗਾ, ਕਿਉਂਕਿ ਜਦੋਂ ਵੀ ਅੰਕੜੇ ਆਉਂਦੇ ਆ, ਜਦੋਂ ਵੀ ਆਪਾਂ ਕੋਈ ਰਿਪੋਰਟ ਪੜ੍ਹਦੇ ਆ, ਉਹਦੇ ਵਿੱਚ ਗਿਣਤੀ ਵਧੀ ਹੁੰਦੀ ਹੈ। ਚਾਹੇ ਆਪਾਂ ਇਲੀਗਲ ਇਮੀਗ੍ਰੈਂਟਸ ਦੇਖ ਲਈਏ, ਚਾਹੇ ਆਪਾਂ ਇਲੀਗਲ ਡਰੱਗ ਦੇਖ ਲਈਏ, ਚਾਹੇ ਅਸੀਂ ਡਰੱਗ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਦੇਖ ਲਈਏ। ਦੇਖੋ ਜਿਹੜਾ ਮੈਕਸੀਕਨ ਬਾਰਡਰ ਹੈ ਨਾ, ਉੱਥੇ ਤੁਸੀਂ ਜਾ ਕੇ ਕਿਤੇ ਦੇਖਣਾ ਹੋਵੇ, ਖੜੇ ਹੋ ਕੇ ਦੇਖ ਲਓ, ਲੋਕੀ ਉੱਥੋਂ ਨੱਠੇ ਆਉਂਦੇ ਆ। ਹਾਂਜੀ, ਕਿੰਨਿਆਂ ਕੁ ਨੂੰ ਰੋਕਣਗੇ ਜੀ। ਹੁਣੇ ਹੀ ਟੈਕਸਸ ਤੇ ਜਿਹੜੇ ਐਰੀਜ਼ੋਨਾ ਦੇ ਗਵਰਨਰ ਨੇ ਕਿਹਾ ਕਿ 32 ਲੱਖ ਇਮੀਗ੍ਰੈਂਟ ਆ ਗਿਆ। ਜੋ ਬਾਈਡਨ ਕਹਿੰਦਾ ਸੀ ਮੈਂ ਉਦਾਂ ਰੋਕ ਦੇਣੇ ਆ, ਉਹ ਕਮ ਸੇ ਕਮ ਟਰੰਪ ਇਹ ਕਹਿੰਦਾ ਸੀ ਮੈਂ ਵਾਲ ਬਣਾ ਦੇਣੀ ਹੈ। ਦੇਖੋ ਉਹਨਾਂ ਵੱਲੋਂ ਨੈਸ਼ਨਲ ਗਾਰਡ ਦੀ ਮੰਗ ਕੀਤੀ ਗਈ ਤੇ ਉਹਨਾਂ ਨੇ ਨੈਸ਼ਨਲ ਗਾਰਡ ਦੀ ਤਾਂ ਮੰਗ ਕੀਤੀ ਗਈ ਕਿ ਉਹਨਾਂ ਨੇ ਚੱਕ ਕੇ ਬੰਦੇ ਭੇਜਣੇ ਸ਼ੁਰੂ ਕੀਤੇ ਵਾਸ਼ਿੰਗਟਨ DC ਦੇ ਵਿੱਚ। ਹਾਂਜੀ, ਵੀ ਜੇ ਅਟੈਂਸ਼ਨ ਨਹੀਂ ਪੇ ਕਰਦੇ ਸਾਡੇ ਵੱਲ, ਅਸੀਂ ਦੂਰ ਬੈਠੇ ਆ, ਤੁਹਾਡੀ ਕੈਪੀਟਲ ਦੇ ਵਿੱਚ, ਤੁਹਾਡੀ ਰਾਜਧਾਨੀ ਦੇ ਵਿੱਚ ਬੰਦੇ ਆਉਣਗੇ, ਫੇਰ ਦੇਖ ਲਿਓ ਤੁਸੀਂ। ਹਾਂਜੀ ਡਾਕਟਰ ਸਾਹਿਬ ਰੁਕ ਕਰਦੇ ਆ ਜੀ ਅਗਲੀ ਖਬਰ ਵੱਲ। डिफेंस मिनिस्टर अनीता आनंद ने ऐलान किया है कि कनेडियन फोर्सेस यूके विच जाके यूक्रेनी सैनिकां नूं रशिया दा मुकाबला करन दे लई सिखलाई देणगे, इहनां नूं ट्रेन करनगे। तुसीं इस खबर नूं किस तरह देखदे हो? खबर पढ़ के तो रशिया वालियां दीयां लुत्तां कंबण लग पईयां होणीआं, कनेडियन आ गए इन्हां तों एक जे डिवीजन दी एक्सरसाइज करनी होवे, कैनेडा दे कोल कोई डेव नहीं है। ਇਹ ਸਿਮੂਲੇਸ਼ਨ ਕਰਦੇ ਹੁੰਦੇ। ਪਹਿਲੀ ਵਾਰ ਇੱਥੋਂ ਸਾਡੇ ਇੱਕ ਕੋਮੋਡੋਰ ਗਿਆ ਤੇ ਉਹਨੇ ਇੰਡੀਆ ਦੇ ਵਿੱਚ ਵਿਜ਼ਿਟ ਕੀਤਾ, ਪਾਕਿਸਤਾਨ 'ਚ ਵਿਜ਼ਿਟ ਕੀਤਾ, ਤੇ ਉਹ ਸਾਨੂੰ ਦੱਸਦਾ, ਕਹਿੰਦਾ ਕਿ ਮੈਂ ਪਹਿਲੀ ਵਾਰ ਐਕਸਰਸਾਈਜ਼ ਦੇਖੀ ਜਿੱਥੇ ਕੋਰ ਕਮਾਂਡ ਦੀਆਂ ਐਕਸਰਸਾਈਜ਼ ਹੁੰਦੀਆਂ, 30,000 ਫੌਜੀ ਇਕੱਠਾ ਹੋਇਆ ਹੈ। ਕਹਿੰਦਾ ਅਸੀਂ ਜਿਹਦਾ ਡਿਵ ਕਮਾਂਡ ਦੀਆਂ 10,000 ਫੌਜੀ ਹੁੰਦਾ ਉਹਦੇ ਵਿੱਚ, ਤਾਂ ਡਿਵ ਕਮਾਂਡ ਦੀਆਂ ਜਿਹੜੀਆਂ ਐਕਸਰਸਾਈਜ਼ ਕੈਨੇਡਾ ਦੇ ਵਿੱਚ ਅਸੀਂ ਕਰਦੇ ਹਾਂ, ਉਹ ਕਹਿੰਦਾ ਵੀ ਸਿਮੂਲੇਸ਼ਨ ਕਰੀ ਦੀ, 10,000 ਬੰਦਾ ਹੀ ਹੈ ਨਹੀਂ ਜੀ, ਤੇ ਕਰਨੀ ਕਿਹੜੀ ਐਕਸਰਸਾਈਜ਼ ਹੈ। ਹਾਂਜੀ, ਤੇ ਤੁਸੀਂ ਕਦੇ ਦੁਨੀਆ ਭਰ 'ਚ ਕਦੇ ਸੁਣਿਆ ਨਹੀਂ ਹੋਣਾ ਵੀ ਕੈਨੇਡੀਅਨ ਜਿਹੜੇ ਇਹਨਾਂ ਨੇ ਟ੍ਰੇਨ ਕੀਤੇ ਆ ਉਹ ਹੱਲਾ ਮਚਾ ਕੇ ਰੱਖ ਦਿੰਦੇ ਆ। ਹਾਂਜੀ। ਅੱਛਾ, ਦੂਸਰੀ ਗੱਲ, ਤੁਸੀਂ ਫਰਵਰੀ ਤੋਂ ਹੁਣ ਤਾਈਂ ਜੇ ਸੁਣਦੇ ਆ ਰਹੇ ਆ, ਏਦਾਂ ਲੱਗਦਾ ਕਿ ਸਾਡਾ ਪ੍ਰਾਈਮ ਮਿਨਿਸਟਰ ਕੈਨੇਡਾ ਦੀਆਂ ਸਮੱਸਿਆਵਾਂ ਭੁੱਲ ਗਿਆ, ਯੂਕਰੇਨ ਦੀਆਂ ਜ਼ਿਆਦਾ ਯਾਦ ਆ ਉਹਨੂੰ। ਹਾਂਜੀ, ਯੂਕਰੇਨ ਸਾਰਾ ਕੁਝ ਯੂਕਰੇਨ ਦੇ ਨਾਂ। ਮੇਰੇ ਖਿਆਲ 100 ਅਨਾਉਂਸਮੈਂਟ ਕੀਤੀ ਹੁਣ ਇਹਨਾਂ ਨੇ। ਇੱਕ ਟਰਬਾਈਨ ਦੀ ਇਸ਼ੂ ਤੇ ਸਾਰੀ ਯੂਕਰੇਨੀਅਨ ਕਮਿਊਨਿਟੀ ਜਿਹੜੀ ਹੈ ਇਹਨਾਂ ਦੇ ਖਿਲਾਫ ਹੋ ਗਈ। ਹਾਂਜੀ, ਹੁਣ ਆਪਣੇ ਥੋੜੀਆਂ ਬਹੁਤੀਆਂ ਵੋਟਾਂ ਬਚਾਉਣ ਲਈ ਇਹ ਕਮ ਸੇ ਕਮ ਖਾਨਾ ਪੂਰਤੀ ਕਰਦੇ ਫਿਰਦੇ। ਹਾਂਜੀ। ਦੂਸਰੀ ਗੱਲ ਦੇਖੋ, ਕੈਨੇਡਾ ਦੀ ਸਰਕਾਰ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਐਮਨੈਸਟੀ ਇੰਟਰਨੈਸ਼ਨਲ ਜਿਹੜਾ ਦੁਨੀਆ ਦਾ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ, ਉਹ ਲੰਡਨ ਤੋਂ ਰਿਪੋਰਟਸ ਪੇਸ਼ ਕਰਦੇ ਹੁੰਦੇ ਆ, ਤੇ ਜੇ ਕਿਸੇ ਮੁਲਕ ਦੇ ਖਿਲਾਫ ਇਹਨਾਂ ਨੇ ਬੋਲਣਾ ਹੋਵੇ ਕੈਨੇਡਾ ਵਾਲਿਆਂ ਨੇ, ਇਹ ਹਮੇਸ਼ਾ ਹੀ ਕਹਿੰਦੇ ਕਿ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਆ ਉਹਨੇ ਆ ਰਿਪੋਰਟ ਦਿੱਤੀ ਆ। ਹਾਂਜੀ। ਅੱਛਾ, ਹੁਣ ਉਸੇ ਹੀ ਆਰਗੇਨਾਈਜੇਸ਼ਨ ਤੇ ਇਹਨਾਂ ਦੀ ਮਾਂ ਮਰ ਗਈ ਕੈਨੇਡਾ ਵਾਲਿਆਂ ਦੀ। ਉਸੇ ਆਰਗੇਨਾਈਜੇਸ਼ਨ ਨੇ ਇਹ ਕਿਹਾ ਕਿ ਯੂਕਰੇਨ ਦੇ ਜਿਹੜੀ ਯੂਕਰੇਨ ਦੀ ਆਰਮੀ ਆ, ਉਹ ਉੱਥੇ ਆਪਣੇ ਹਥਿਆਰ ਸਕੂਲਾਂ ਤੇ ਸਿਵਿਲੀਅਨ ਏਰੀਆ ਦੇ ਵਿੱਚ ਲੁਕਾਉਂਦੀ ਹੈ, ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ। ਤੇ ਜਿਹੜੇ ਕਿ ਫਿਰ ਟਾਰਗੇਟ ਹੁੰਦੇ ਆ, ਜੇ ਰਸ਼ੀਆ ਵਾਲਿਆਂ ਨੇ ਮਿਸਲ ਮਾਰਨੀ ਹੋਵੇ, ਉਹ ਤਬਾਹ ਕਰਨ ਲਈ ਉਹ ਸਕੂਲ ਤਬਾਹ ਕਰਨਗੇ, ਉਹ ਫਿਰ ਰੈਜ਼ੀਡੈਂਸ਼ੀਅਲ ਏਰੀਆ ਤਬਾਹ ਕਰਨਗੇ। ਹਾਂਜੀ। ਸਰ, ਇੰਟਰਨੈਸ਼ਨਲ ਲਾਅ ਦੇ, ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਗੱਲ ਹੈ ਜੀ, ਕਿ ਤੁਸੀਂ ਭਾਵੇਂ ਆਪਣੇ ਦੇਸ਼ ਦੇ ਵਿੱਚ ਹੀ ਆ, ਪਰ ਸਕੂਲ ਦੇ ਵਿੱਚ ਜਾਂ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਹਥਿਆਰ ਨਹੀਂ ਰੱਖ ਸਕਦੇ ਜੀ, ਜਿਹੜੇ ਕਿ ਡਿਫੈਂਸਿਵ ਹਥਿਆਰ ਹੁੰਦੇ ਆ, ਕਿਉਂਕਿ ਹਥਿਆਰਾਂ ਤੇ ਦੂਸਰੇ ਜਿਹੜਾ ਤੁਹਾਡਾ ਦੁਸ਼ਮਣ ਹੈ ਉਹਨੇ ਹਮਲਾ ਕਰਨਾ ਹੈ। ਹਾਂਜੀ। ਇਹਨੂੰ ਸਿਰਫ ਮਿਲਟਰੀ ਇੰਸਟਾਲੇਸ਼ਨ ਜਿਹੜੀਆਂ ਉੱਥੇ ਹੀ ਰੱਖਿਆ ਜਾਵੇ।
ਜੀ ਡਾਕਟਰ ਸਾਹਿਬ, ਜਦੋਂ ਹੁਣ ਐਮਨੈਸਟੀ ਨੇ ਆਪਣੀ ਇਹ ਰਿਪੋਰਟ ਦਿੱਤੀ ਉਹਦੇ ਤੋਂ ਬਾਅਦ ਯੂਕਰੇਨ ਵੀ ਕਾਫੀ ਭੜਕਿਆ, ਕਹਿੰਦੇ ਕਿ ਝੂਠ ਬੋਲਦੇ ਆ। ਅੱਗੇ ਤਾਂ ਹੀ ਸੱਚ ਬੋਲਦੇ ਸੀ, ਹੁਣ ਝੂਠ ਬੋਲਣ ਲੱਗ ਪਏ। ਉਹ ਇਹੀ ਯੂਕਰੇਨ ਦੀ ਸਰਕਾਰ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਨੂੰ ਚੰਗੀ ਸਮਝਦੀ ਸੀ, ਹਾਂਜੀ, ਉਹ ਰਸ਼ੀਆ ਦੇ ਖਿਲਾਫ ਬੋਲਦੇ ਹੁੰਦੇ ਸੀ ਜਦੋਂ। ਉਦੋਂ ਤਾਂ ਫਿਰ ਚੰਗੇ ਲੱਗਣੇ ਹੀ ਆ। ਅੱਜ ਜ਼ੁਲੈਂਸਕੀ ਵੀ ਕਹਿੰਦਾ ਹੈ ਕਿ ਨਹੀਂ, ਅਸੀਂ ਨਹੀਂ ਐਮਨੈਸਟੀ ਦੇ ਨਾਲ ਸਹਿਮਤ। ਇਹ ਦੱਸੋ ਵੀ ਅਸੀਂ ਨਹੀਂ ਰੱਖਦੇ ਰਿਪੋਰਟ ਦੇ ਨਾਲ ਸਹਿਮਤ ਜਾਂ ਨਹੀਂ ਸਹਿਮਤ, ਤੁਹਾਡੇ ਕੋਈ ਇਸ਼ੂ ਹੀ ਨਹੀਂ। ਹਾਂਜੀ, ਤੁਸੀਂ ਇਹ ਦੱਸੋ, ਤੁਸੀਂ ਦੁਨੀਆ ਦਾ ਮੀਡੀਆ ਸੱਦ ਕੇ ਦੱਸ ਦਿਓ ਵੀ ਅਸੀਂ ਹਥਿਆਰ ਜਿਹੜੇ ਸਕੂਲਾਂ 'ਚ ਤਾਂ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਨਹੀਂ ਰੱਖਦੇ। ਹਾਂਜੀ, ਹੁਣ ਸਾਡੀ ਸਰਕਾਰ ਜਿਹੜੀ ਉਸ ਆਰਮੀ ਨੂੰ ਸਪੋਰਟ ਕਰ ਰਹੀ ਹੈ ਜਿਹਨੂੰ ਐਮਨੈਸਟੀ ਇੰਟਰਨੈਸ਼ਨਲ ਵੀ ਨਿਖੇਧੀ ਕਰ ਰਹੀ ਹੈ। ਹਾਂਜੀ, ਇਹ ਉਹਨਾਂ ਨੂੰ ਟ੍ਰੇਨ ਕਰਨ ਜਾ ਰਹੇ ਆ ਲੰਡਨ ਦੇ ਵਿੱਚ, ਮਤਲਬ ਇੰਗਲੈਂਡ ਦੇ ਵਿੱਚ ਜਾਣਾ ਇਹਨਾਂ ਨੇ। ਹਾਂਜੀ, ਕਿੰਨੀ ਕੁ ਟ੍ਰੇਨਿੰਗ ਦੇਣੀ ਆ, ਕਿੰਨੀ ਕੁ ਕੀ ਉਹ ਯਕੀਨ ਵਾਲੇ ਜਿੱਤ ਜਾਣਗੇ? ਇਹ ਤਾਂ ਵੋਟਾਂ ਲੈਣ ਲਈ ਟ੍ਰੇਨਿੰਗ ਦੇਣ ਜਾ ਰਹੇ ਆ। 250 ਬੰਦਾ ਜਾ ਰਿਹਾ ਇੱਥੋਂ। ਹਾਂਜੀ, ਤੇ 250 ਨੇ ਕਿੰਨੇ ਕੁ ਟ੍ਰੇਨ ਕਰ ਦੇਣੇ ਉਹ ਯੂਕਰੇਨ ਦੇ ਬੰਦੇ ਨਾ। ਪਹਿਲੀ ਤਾਂ ਗੱਲ ਆਪ ਇਹਨਾਂ ਦੀ ਆਰਮੀ ਦੇਖਿਆ ਜਾਵੇ ਤੇ ਇਹਨਾਂ ਵਰਲਡ ਵਾਰ 1 ਚ ਲੜੇ ਆ, ਵਰਲਡ ਵਾਰ 2 ਚ ਲੜੇ ਆ, ਉਸ ਤੋਂ ਬਾਅਦ ਕਦੇ ਲੜੇ ਨਹੀਂ। ਹਾਂਜੀ, ਲੜਾਈ ਦਾ ਕੁਝ ਨਹੀਂ ਪਤਾ ਇਹਨੂੰ ਜੀ। ਪੀਸ ਕੀਪਿੰਗ ਕੀਤੀ, ਉਹ ਵੀ 3 ਬੰਦੇ ਭੇਜ ਦਿੰਦੇ, ਕਿਤੇ 5 ਬੰਦੇ ਭੇਜ ਦਿੰਦੇ। ਹਾਂਜੀ, ਅਸਲੀ ਪੀਸ ਕੀਪਿੰਗ ਕਰਦੇ ਆ ਇੰਡੀਆ ਵਾਲੇ, ਬੰਗਲਾਦੇਸ਼ ਵਾਲੇ, ਜਿਹੜੇ ਐਕਚੁਅਲੀ ਫੁੱਲ ਬਟਾਲੀਅਨ ਭੇਜ ਦਿੰਦੇ ਆ। ਹਾਂਜੀ, ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਜ਼ਿਆਦਾ ਹੈ, ਸਾਡਾ ਰੌਲਾ ਜ਼ਿਆਦਾ ਹੈ। ਹਾਂਜੀ, ਪੀਸ ਕੀਪਰ ਹੈ ਜੀ, ਅਸੀਂ ਪੀਸ ਕੀਪਰ ਹੈ। ਬੰਦਾ ਕੋਈ ਭੇਜੋਗੇ ਤਾਂ ਪੀਸ ਕੀਪਰ ਹੈ। ਤੁਸੀਂ ਦੇਖੋ ਵੀ ਹੁਣ ਅਨੀਤਾ ਆਨੰਦ ਦਾ ਜਿਹੜਾ ਇਹ ਬਿਆਨ ਹੈਗਾ, ਇਹਨੂੰ ਦੇਖ ਕੇ ਕਿੰਨਾ ਕੁ ਤੁਸੀਂ ਕਹਿ ਸਕਦੇ ਹੋ ਵੀ ਇਹ ਪੀਸ ਕੀਪਿੰਗ ਲਵਰ ਹੈਗੇ ਆ। ਹੁਣ ਤੁਸੀਂ ਦੇਖੋ ਯੂਕੇ ਦੇ ਜਿਹੜੇ ਫਾਰਮਰ ਨੇਤਾ ਹੈਗੇ ਆ ਕਾਰਬਿਨ, ਉਹਨਾਂ ਨੇ ਕੱਲ ਹੀ ਕਿਹਾ ਨਾ ਵੀ ਜਿਹੜੇ ਵੈਸਟ ਵਾਲੇ ਆ ਵੀ ਇਹਨਾਂ ਨੂੰ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਆ, ਇਹਨਾਂ ਨੂੰ ਅਮਨ ਸ਼ਾਂਤੀ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਇਹ ਗੱਲਾਂ ਕਰਦੇ ਲੜਾਈ ਦੀਆਂ, ਇਹ ਗੱਲਾਂ ਕਰਦੇ ਹਥਿਆਰਾਂ ਦੀਆਂ। ਹੁਣ ਆਪਣੇ ਡਿਫੈਂਸ ਮਿਨਿਸਟਰ ਨੇ ਵੀ ਕਹਿਤਾ ਕਿ ਸਿਖਲਾਈ ਦੇ ਲਈ ਅਸੀਂ ਆਪਣੇ ਭੇਜਾਂਗੇ ਇੱਥੋਂ ਦੀ ਫੌਜਾਂ ਨੂੰ। ਇੱਥੋਂ ਤੱਕ ਕਿ ਦੇਖੋ ਲੀਗਲ ਬੈਕਗ੍ਰਾਉਂਡ ਆ ਉਹਨਾਂ ਦੀ, ਤੇ ਕੈਨੇਡਾ ਦਾ ਲਾਅ ਕਹਿੰਦਾ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਕਿਸੇ ਦੇਸ਼ ਲਈ ਜਾ ਕੇ ਲੜ ਨਹੀਂ ਸਕਦਾ। ਹਾਂਜੀ, ਹਾਂ, ਅਨਲੈਸ ਕੈਨੇਡੀਅਨ ਆਰਮੀ ਦੇ ਵਿੱਚ ਹੋਵੇ ਤਾਂ ਫੇਰ ਤੁਸੀਂ ਲੜ ਸਕਦੇ ਹੋ। ਫਿਰ ਉਹਨੂੰ ਕਿਸੇ ਨੇ ਸਵਾਲ ਪੁੱਛ ਲਿਆ ਕਿ ਜਿਹੜੇ ਬੰਦੇ ਇੱਥੋਂ ਜਾ ਕੇ ਲੜਦੇ ਆ ਉੱਥੇ, ਤੇ ਉਹਨਾਂ ਤੇ ਮੁਕੱਦਮਾ ਚਲਾਓਗੇ? ਕਹਿੰਦੀ ਉਹ ਅਜੇ ਮੈਨੂੰ ਸਮਝ ਨਹੀਂ ਆਇਆ ਲਾਅ। ਜਾਂ ਤਾਂ ਫਿਰ ਉਹ ਤੇਰੀ ਲਾਅ ਡਿਗਰੀ ਵਾਪਸ ਲਈ ਜਾਣੀ ਚਾਹੀਦੀ ਹੈ, ਹਾਂਜੀ, ਤੇ ਜਾਂ ਝੂਠ ਬੋਲ ਰਹੀ ਹੈ। ਹਾਂਜੀ, ਦੋਹਾਂ ਦੇ ਵਿੱਚੋਂ ਇੱਕ ਹੀ ਗੱਲ ਹੋ ਸਕਦੀ। ਜੀ ਬਿਲਕੁਲ, ਦੋਏ ਗੱਲਾਂ ਤਾਂ ਸੱਚ ਨਹੀਂ ਹੋਣੀ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਹੁਣ ਦੇਖੋ ਕਿ ਇਹਨਾਂ ਨੇ ਅੱਜ ਤਾਈਂ ਵਰਡ ਜਿਹੜਾ ਸ਼ਾਂਤੀ ਨਹੀਂ ਯੂਜ਼ ਕੀਤਾ। ਹੁਣ UN ਦੇ ਨਾਲ ਵਾਅਦਾ ਕਰਕੇ ਆਏ ਆ। ਅੱਜ ਜਦੋਂ ਇਹਨਾਂ ਦੇ ਪੋਲ ਥੱਲੇ ਆਏ ਨਾ, ਬਹਾਨਾ ਲੱਭਦੇ ਸੀ ਵੀ ਅਸੀਂ ਇਲੈਕਸ਼ਨ ਪਹਿਲਾਂ ਤਾਂ ਕਰਾਉਣ ਨੂੰ ਫਿਰਦੇ ਸੀ। ਹਾਂਜੀ, ਹੁਣ ਬਹਾਨਾ ਲੱਭਣ ਲੱਗ ਪਏ ਵੀ ਦੂਜੀ ਆਪਸ਼ਨ ਵੀ ਰੱਖੀਏ। ਫਿਰ ਲੋਕਾਂ ਨੂੰ ਕੀ ਕਵਾਂਗੇ ਵੀ ਨਹੀਂ ਇਲੈਕਸ਼ਨ ਕਰਵਾਈ। ਉਹ ਆਪਸ਼ਨ UN ਦੇ ਨਾਲ ਚੇਤਾ ਆ ਗਿਆ ਪ੍ਰਾਈਮ ਮਿਨਿਸਟਰ ਨੂੰ ਸਾਡੇ ਨੂੰ ਕਿ ਮੈਂ 2017 ਵਿੱਚ ਵਾਅਦਾ ਕੀਤਾ ਸੀ ਕਿ ਉੱਥੇ ਪੀਸ ਕੀਪਿੰਗ ਐਮਰਜੈਂਸੀਜ਼ ਲਈ ਕੈਨੇਡਾ ਕੰਟਰੀਬਿਊਟ ਕਿੱਦਾਂ ਕਰੂਗਾ, ਤੇ ਅੱਜ ਤਾਈਂ ਇਹਨਾਂ ਨੂੰ 5 ਸਾਲਾਂ ਚੇਤਾ ਨਹੀਂ ਆਇਆ ਜੀ। ਉਹਦੇ ਵਿੱਚ ਜਿਹੜੀ ਪ੍ਰੋਗਰੈਸ ਹੈ ਅੱਜ ਦੀ ਉਹ 0 ਆ। ਹਾਂਜੀ, ਤੇ ਹੁਣ ਕਹਿੰਦੇ ਕਿ ਅਸੀਂ 2025 ਤਾਈਂ, ਮਤਲਬ ਇਹਨਾਂ ਨੂੰ 3 ਸਾਲ ਹੋਰ ਸਾਨੂੰ ਦਿਓ, ਫਿਰ ਅਸੀਂ ਤੁਹਾਨੂੰ ਐਮਰਜੈਂਸੀ ਪ੍ਰੀਪੇਅਰਡਨੈਸ ਕਰਕੇ ਦਿਖਾ ਦੇਵਾਂਗੇ। ਹਾਂਜੀ, ਪੀਸ ਕੀਪਿੰਗ ਦਾ ਕਨਸੈਪਟ ਜਿਹੜਾ ਆ UN ਦੇ ਵਿੱਚ ਕੈਨੇਡੀਅਨ ਡਿਪਲੋਮੈਟ ਪੀਅਰਸਨ ਨੇ ਕੀਤਾ ਸੀ। ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ, ਇਸ ਤੇ ਪੀਸ ਪ੍ਰਾਈਜ਼ ਮਿਲਿਆ ਸੀ ਪਹਿਲੀ ਵਾਰੀ। ਸਾਡੇ ਪ੍ਰਾਈਮ ਮਿਨਿਸਟਰ ਆਏ ਉਹ ਬਾਅਦ ਦੇ ਵਿੱਚ, ਔਰ ਉਹਨਾਂ ਨੇ ਜਸਟਿਨ ਟਰੂਡੋ ਦੇ ਫਾਦਰ ਨੂੰ, ਇਹਨਾਂ ਦੇ ਬਾਪ ਨੂੰ ਪੋਲਿਟਿਕਸ ਦੇ ਵਿੱਚ ਲੈ ਕੇ ਆਂਦਾ। ਹਾਂਜੀ, ਉਹਨਾਂ ਦੀ ਦੇਣਿਆ ਕਰਕੇ ਤਾਂ ਹੀ ਉਹ ਪ੍ਰਾਈਮ ਮਿਨਿਸਟਰ ਬਾਅਦ ਦੇ ਵਿੱਚ ਬਣੇ ਆ। ਇਹ ਸਭ ਕੁਝ ਭੁੱਲ ਗਿਆ ਆਪਣਾ ਇਤਿਹਾਸ ਕਿ ਅਸੀਂ ਪੀਸ ਕੀਪਿੰਗ ਕੰਟਰੀਬਿਊਸ਼ਨ ਕਰਦੇ ਹਾਂ। ਇੱਕ ਪਾਸੇ ਦਾ UN ਨੂੰ ਹਾਲੇ ਪਿਛਲੇ ਹਫ਼ਤੇ ਕਹਿ ਕੇ ਆਇਆ ਵੀ ਜਿੰਨਾ ਚਿਰ ਅਸੀਂ ਪੀਸ ਕੀਪਿੰਗ ਪ੍ਰੈਪਰੇਸ਼ਨ, ਜਿਹੜੀ ਤੁਹਾਡੀ ਐਮਰਜੈਂਸੀ ਦੀ ਪ੍ਰੈਪਰੇਸ਼ਨ ਨਹੀਂ ਤਿਆਰ ਕਰਾਉਂਦੇ, ਉਹਨਾਂ ਚਿਰ ਅਸੀਂ ਇਲੈਕਸ਼ਨ ਨਹੀਂ ਕਰਾਉਂਦੇ। ਹਾਂਜੀ, ਅੱਛਾ, ਹੁਣ ਇਹ 'ਚ ਕਿਹੜੀ ਪੀਸ ਕੀਪਿੰਗ ਹੈ ਜਿਹੜੀ ਯੂਕਰੇਨ ਦੇ ਫੌਜੀਆਂ ਨੂੰ ਤੁਸੀਂ ਟ੍ਰੇਨ ਕਰਨਾ? ਹਾਂਜੀ ਡਾਕਟਰ ਸਾਹਿਬ, ਸਵਾਲ ਤਾਂ ਸਭ ਤੋਂ ਵੱਡਾ ਇਹੀ, ਆਪੇ ਕੰਟਰਾਡਿਕਟ ਕਰ ਰਹੇ ਆ ਆਪਣੇ ਆਪ ਨੂੰ। ਜੇ ਨਾ ਇਦਾਂ ਕਰਦੇ ਹੁੰਦੇ ਤਾਂ ਇਹ ਸਿਕਿਉਰਿਟੀ
ਕਿਸੇ ਜ਼ਮਾਨੇ ਦੇ ਵਿੱਚ ਸਿਕਿਉਰਿਟੀ ਕੌਂਸਲ ਦੇ ਵਿੱਚ ਵੋਟਾਂ ਪੈ ਜਾਂਦੀਆਂ ਸੀ ਕੈਨੇਡਾ ਨੂੰ। ਹਾਂਜੀ 2-2 ਸਾਲ ਹੀ ਤੁਸੀਂ ਸਰਵ ਕਰਦੇ ਹੋ ਸਿਕਿਉਰਿਟੀ ਕੌਂਸਲ ਦੇ ਵਿੱਚ ਜੇ ਤੁਹਾਨੂੰ ਇਨਫ ਵੋਟਾਂ ਪੈ ਜਾਂਦੀਆਂ। ਹੁਣ ਜਿਸ ਦਿਨ ਦਾ ਆਪਣੇ ਸਟੀਫਨ ਹਾਰਪਰ ਆਇਆ ਉਸ ਸਮੇਂ ਤੋਂ ਲੈ ਕੇ ਅਸੀਂ ਹਮੇਸ਼ਾ ਹੀ ਲੂਜ਼ ਕਰਦੇ ਆਏ। ਬਾਕੀ ਦੇ ਦੇਸ਼ ਸਾਨੂੰ ਵੋਟ ਨਹੀਂ ਪਾ ਰਹੇ। UN ਦੇ ਵਿੱਚ ਸਾਨੂੰ ਕੋਈ ਨਹੀਂ ਪੁੱਛਦਾ। ਉਹ ਲਾਰਜਲੀ ਦੋਹਾਂ ਪ੍ਰਾਈਮ ਮਿਨਿਸਟਰ ਦੀ ਦੇਣ ਆ ਇਹਦੇ ਵਿੱਚ, ਸਟੀਫਨ ਹਾਰਪਰ ਦੀ ਤੇ ਜਸਟਿਨ ਟਰੂਡੋ ਦੀ। ਜੀ ਇਹਨਾਂ ਦੀ ਇੰਨੀ ਕੰਟਰੀਬਿਊਸ਼ਨ ਹੋ ਗਈ ਕਿ ਸਾਨੂੰ ਉੱਥੇ ਕੋਈ ਪੁੱਛਦਾ ਨਹੀਂ। ਜੀ ਅੱਜ ਹੈਗਾ ਫਰਾਈਡੇ ਵਾਲਾ ਦਿਨ ਤੇ ਫਰਾਈਡੇ ਵਾਲੇ ਦਿਨ ਅਸੀਂ ਅਖੀਰ ਦੇ ਵਿੱਚ ਕਹਾਣੀ ਸੁਣਾਉਣੇ ਹੁੰਦੇ ਆ। ਪਰ ਅੱਜ ਕਹਾਣੀ ਤੁਸੀਂ ਸੁਣਾਉਣੀ। ਜੀ ਬਿਲਕੁਲ, ਕੋਈ ਗੱਲ ਨਹੀਂ, ਮੈਂ ਸੁਣਾ ਦੂੰਗੀ ਕਹਾਣੀ। ਡਾਕਟਰ ਸਾਹਿਬ ਫਿਰ ਕਹਾਣੀ ਸ਼ੁਰੂ ਕਰੀਏ? ਸ਼ੁਰੂ ਕਰੋ, ਤੁਸੀਂ ਕਰਨੀ ਹੈ। ਹਾਂਜੀ ਡਾਕਟਰ ਸਾਹਿਬ, ਇੱਕ ਵਾਰੀ ਨਾ ਇੱਕ ਪਿੰਡ ਦੇ ਬਾਹਰ ਇੱਕ ਬਾਬਾ ਰਹਿੰਦਾ ਹੁੰਦਾ। ਹਰ ਪਿੰਡ ਦੇ ਬਾਹਰ ਇੱਕ ਬਾਬਾ ਰਹਿੰਦਾ ਹੈ। ਹਾਂਜੀ, ਇੱਕ ਕਬਰ ਬਣੀ ਹੁੰਦੀ ਆ ਤੇ ਉੱਥੇ ਬਾਬੇ, ਵੈਸੇ ਉਹ ਸੇਫ ਜਗ੍ਹਾ ਹੈ, ਉੱਥੇ ਕੋਈ ਆਉਂਦਾ ਨਹੀਂ। ਹਾਂਜੀ ਡਾਕਟਰ ਸਾਹਿਬ, ਵੈਸੇ ਜਿਹੜੀ ਕਬਰ ਦੇ ਨਾਲ ਬਾਬੇ ਦੀ ਕੁਟੀਆ ਬਣੀ ਹੁੰਦੀ ਆ। ਵੈਸੇ ਕਹਿਣ ਨੂੰ ਹੀ ਕੁਟੀਆ ਹੁੰਦੀ ਆ ਪਰ ਹੈ ਅੰਦਰ ਤੋਂ ਬੜੀ ਆਲੀਸ਼ਾਨ ਹੁੰਦੀ ਆ, ਬਾਹਰ ਤੋਂ ਵੀ ਤੇ ਅੰਦਰ ਤੋਂ ਵੀ। ਬਾਬਿਆਂ ਦੇ ਕੋਲ ਸ਼ਰਧਾਲੂ ਜ਼ਿਆਦੇ ਆ। ਜੀ ਬਿਲਕੁਲ, ਬਹੁਤ ਸਾਰੇ ਸ਼ਰਧਾਲੂ ਹੁੰਦੇ ਆ ਬਾਬਿਆਂ ਦੇ ਕੋਲੇ। ਤੇ ਜਿੱਥੇ ਬਾਬੇ ਨੇ ਉਹ ਕਬਰ ਦੇ ਨਾਲ ਕੁਟੀਆ ਬਣਾਈ ਹੁੰਦੀ ਆ ਨਾ, ਜਿਹੜੇ ਕਿਸਾਨਾਂ ਦੀ ਜਾਂ ਜਿਨ੍ਹਾਂ ਦੀ ਵੀ ਆਲੇ ਦੁਆਲੇ ਥੋੜੀ ਬਹੁਤ ਜ਼ਮੀਨ ਹੁੰਦੀ ਆ, ਉਹ ਬਾਬੇ ਨੂੰ ਦਾਨ 'ਚ ਦੇ ਦਿੰਦੇ ਆ। ਸੋ ਬਾਬੇ ਦਾ ਜਿਹੜਾ ਇੱਕ ਪੂਰਾ ਡੇਰਾ, ਜਿਵੇਂ ਆਪਾਂ ਕਹਿ ਸਕਦੇ ਹਾਂ, ਬਾਬੇ ਨੇ ਇੱਕ ਪੂਰਾ ਡੇਰਾ ਬਣਾਇਆ ਹੁੰਦਾ। ਇਹ ਸ਼ੁਰੂਆਤ ਹੀ ਸਾਰੇ ਬਾਬਿਆਂ ਦੀ ਇਦਾਂ ਹੁੰਦੀ ਆ, ਆਲੇ ਦੁਆਲੇ ਵਾਲੀ ਜ਼ਮੀਨਾਂ ਦੇਈ ਜਾਂਦੇ ਆ, ਬਾਕੀਆਂ ਦੀਆਂ ਉਹ ਲੈ ਲੈਂਦੇ ਆ। ਹਾਂਜੀ, ਤਾਂ ਫਿਰ ਦੇਖੋ ਹੁਣ ਜੇ ਬਾਬੇ ਦਾ ਉੱਥੇ ਡੇਰਾ ਬਣਿਆ ਹੋਇਆ ਤੇ ਉਹਦੇ ਬਹੁਤ ਸਾਰੇ ਭਗਤ ਨੇ, ਬਹੁਤ ਸਾਰੇ, ਦੂਰ ਦੂਰ ਤੱਕ ਲੋਕ ਬਾਬੇ ਕੋਲੇ ਆਉਂਦੇ ਆ, ਉਸ ਕਬਰ ਤੇ ਮੱਥਾ ਟੇਕਦੇ ਆ, ਫਿਰ ਬਾਬੇ ਨੂੰ ਵੀ ਮੱਥਾ ਟੇਕਦੇ ਆ ਤੇ ਫਿਰ ਉਸ ਤੋਂ ਬਾਅਦ ਬਾਬੇ ਦੇ ਲਈ ਕਿੰਨੇ ਸਾਰੇ ਉਪਹਾਰ ਲੈ ਕੇ ਆਉਂਦੇ ਆ। ਤੇ ਬਾਬੇ ਦੇ ਡੇਰੇ ਦੇ ਵਿੱਚ ਲੰਗਰ ਦੀ ਵੀ ਸੇਵਾ ਖੂਬ ਚੱਲਦੀ ਹੁੰਦੀ ਆ, ਰੌਣਕਾਂ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਤੇ ਫਿਰ ਉਹਨਾਂ ਭਗਤਾਂ ਦੇ ਵਿੱਚ ਨਾ ਇੱਕ ਹੁੰਦਾ ਬਹੁਤ ਗਰੀਬ ਜਿਹਾ ਵਿਚਾਰਾ, ਕੱਪੜੇ ਵੇਚਣ ਵਾਲਾ। ਉਹ ਸੋਚਦਾ ਹੁੰਦਾ ਵੀ ਜੇ ਮੈਂ ਇਸ ਕਬਰ ਤੇ ਆ ਕੇ ਸੇਵਾ ਕਰਾਂ, ਜੇ ਮੈਂ ਇਸ ਬਾਬੇ ਦੀ ਸੇਵਾ ਕਰਾਂ ਤਾਂ ਸ਼ਾਇਦ ਮੇਰੇ ਦਿਨ ਫਿਰ ਜਾਣਗੇ। ਉਹ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਹਰ ਰੋਜ਼ ਜਦੋਂ ਸਵੇਰੇ ਉੱਠਦਾ ਨਾ, ਵੈਸੇ ਤਾਂ ਸ਼ਰਧਾਲੂ ਸ਼ੁਰੂ ਏਦਾਂ ਹੁੰਦੇ ਕਿ ਬਾਬਾ ਕੁਝ ਕਰੂਗਾ ਮੇਰੇ ਲਈ, ਕੋਈ ਕਰਾਮਾਤ ਕਰੂਗਾ ਜ਼ਿੰਦਗੀ ਦੇ ਵਿੱਚ, ਪਤਾ ਨਹੀਂ ਕਿੰਨਾ ਕੁ ਵੱਡਾ ਚਮਤਕਾਰ ਹੋ ਜਾਊਗਾ। ਇਸੇ ਕਰਕੇ ਸਾਰੇ ਜਾਂਦੇ ਡਾਕਟਰ ਸਾਹਿਬ। ਤੇ ਇਹ ਜਿਹੜਾ ਗਰੀਬ ਜਿਹਾ ਹੁੰਦਾ ਕੱਪੜੇ ਵੇਚਣ ਵਾਲਾ ਬੰਦਾ, ਇਹ ਵੀ ਇਦਾਂ ਹੀ ਕਰਦਾ। ਇਹਦੀ ਰੁਟੀਨ ਪਤਾ ਕੀ ਹੁੰਦੀ ਹੈ, ਕਿਉਂਕਿ ਇਹ ਨਾਲ ਦੇ ਪਿੰਡ ਦੇ ਵਿੱਚ ਹੀ ਰਹਿੰਦਾ ਹੁੰਦਾ। ਇਹ ਸਵੇਰੇ ਉੱਠ ਕੇ ਆਪਣੇ ਘਰ ਤੋਂ ਬਾਹਰ ਨਿਕਲਦਾ, ਜਦੋਂ ਜਾਣ ਲਈ ਤਿਆਰ ਹੁੰਦਾ, ਆਪਣੇ ਕੱਪੜੇ ਸਾਰੇ ਇਕੱਠੇ ਕਰਕੇ ਉਹਨਾਂ ਦੀ ਜਿਹੜੀ ਗੰਢ ਹੁੰਦੀ ਆ, ਜਿਹੜੇ ਨੇ ਵੇਚਣੇ ਹੁੰਦੇ ਆ, ਲੈ ਕੇ ਤੁਰ ਪੈਂਦਾ। ਤੇ ਜਾ ਕੇ ਫਿਰ ਸਭ ਤੋਂ ਪਹਿਲਾਂ ਮੱਥਾ ਟੇਕਦਾ ਕਬਰ ਤੇ, ਫਿਰ ਮੱਥਾ ਟੇਕਦਾ ਇਹ ਉਸ ਪਖੰਡੀ ਸਾਧ ਨੂੰ, ਬਾਬੇ ਨੂੰ, ਤੇ ਉਸ ਤੋਂ ਬਾਅਦ ਫਿਰ ਆਪਣੇ ਕੰਮ ਦੇ ਲਈ ਤੁਰ ਪੈਂਦਾ, ਮਿਹਨਤ ਮੁਸ਼ੱਕਤ ਕਰਨ ਦੇ ਲਈ ਤੁਰ ਪੈਂਦਾ। ਪਰ ਦਿਲ ਦੇ ਵਿੱਚ ਤਾਂ ਉਹਦੇ ਹੀ ਹੁੰਦਾ ਕਿ ਸ਼ਾਇਦ ਕੋਈ ਵੱਡਾ ਚਮਤਕਾਰ ਹੋ ਜਾਊਗਾ। ਇੱਕ ਦਿਨ ਕੀ ਹੁੰਦਾ ਕਿ ਜਿਹੜਾ ਬਾਬਾ ਹੁੰਦਾ ਉਹਨੂੰ ਬੁਲਾ ਲੈਂਦਾ। ਉਹ ਦੇਖੋ ਹੁਣ ਬਾਬਾ ਨੋਟਿਸ ਤਾਂ ਕਰ ਹੀ ਲੈਂਦਾ ਵੀ ਕਿਹੜਾ ਬੰਦਾ ਹਰ ਰੋਜ਼ ਆਉਂਦਾ, ਤੇ ਬਾਬਾ ਥੋੜਾ ਸ਼ੈਤਾਨ ਵੀ ਲੱਗਦਾ। ਉਹਨੂੰ ਪਤਾ ਵੀ ਇਹ ਕੱਪੜੇ ਵੇਚਣ ਜਾਂਦਾ। ਬੁੱਧੂ ਬਾਬਾ ਤਾਂ ਹੋ ਨਹੀਂ ਸਕਦਾ। ਡਾਕਟਰ ਸਾਹਿਬ, ਵੈਸੇ ਤੁਸੀਂ ਬਿਲਕੁਲ ਸਹੀ ਕਿਹਾ। ਹੁਣ ਨਾ ਜਿਹੜਾ ਬਾਬਾ ਹੁੰਦਾ ਉਹ ਸੋਚਦਾ ਵੀ ਇੱਕ ਤਾਂ ਕੱਪੜੇ ਵੇਚਣ ਦਾ ਕੰਮ ਕਰਦਾ, ਘਰ ਘਰ ਜਾਂਦਾ ਹੈ ਕੱਪੜੇ ਵੇਚਣ ਦੇ ਲਈ। ਜਿਵੇਂ ਹੁਣ ਆਪਾਂ ਕਹਿ ਦਈਏ ਵੀ ਐਡਵਰਟਾਈਜ਼ਿੰਗ ਬਾਬੇ ਦੀ ਫ੍ਰੀ ਦੇ ਵਿੱਚ ਕਰ ਦਊਗਾ ਨਾ, ਜੇ ਬਾਬਾ ਉਹਦੇ ਨਾਲ ਥੋੜੀ ਜਿਹੀ ਮਿੱਠੀਆਂ ਗੱਲਾਂ ਕਰ ਲਊਗਾ ਪਿਆਰ ਦੇ ਨਾਲ, ਤਾਂ ਬਾਬੇ ਨੂੰ ਆਪ ਜਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਹੈਗੀ, ਭਗਤਾਂ ਨੂੰ ਵੀ ਦੂਰ ਤੱਕ ਜਾਣ ਦੀ ਲੋੜ ਨਹੀਂ ਪੈਣੀ। ਕਮਿਊਨੀਕੇਸ਼ਨ ਜੀ। ਸੋ ਬਾਬਾ ਸੋਚਦਾ ਕਿ ਇਹ ਬੰਦਾ ਨਾ ਮੇਰੇ ਕੰਮ ਦਾ ਬਹੁਤ ਆ, ਵੀ ਇਸ ਕਰਕੇ ਮੈਨੂੰ ਨਾ ਇਹਨੂੰ ਥੋੜਾ ਜਿਹਾ ਪਲੋਸ ਕੇ ਰੱਖਣਾ ਚਾਹੀਦਾ ਪਿਆਰ ਦੇ ਨਾਲ, ਤਾਂ ਕਿ ਵੀ ਇਹ ਘਰ ਘਰ ਜਾਂਦਾ ਤਾਂ ਬੀਬੀਆਂ ਨੂੰ ਜਦੋਂ ਕੱਪੜੇ ਵੇਚਦਾ, ਤੁਹਾਨੂੰ ਪਤਾ ਹੀ ਆ ਵੀ ਫਿਰ ਗੱਲਾਂ ਬਾਤਾਂ ਵੀ ਕਰੂਗਾ ਹੀ, ਬੈਠ ਕੇ ਜਾ ਕੇ ਅਗਲੇ ਦੇ ਘਰ ਚਾਹ ਪਾਣੀ ਪੀਊਗਾ। ਬਾਬੇ ਦੀ ਕਿਰਪਾ ਨਾਲ ਵੀ ਸੂਟ ਲੈ ਕੇ ਆਇਆ। ਹਾਂਜੀ, ਤੇ ਨਾਲੇ ਫਿਰ ਹੁਣ ਬੀਬੀਆਂ ਦੀ ਇਨਫੋਰਮੇਸ਼ਨ ਵੀ ਜਿਹੜੀ ਹੈਗੀ ਇਹਨੂੰ ਪਤਾ ਹੋਊਗੀ, ਕਿਉਂਕਿ ਜਦੋਂ ਜਾ ਕੇ ਬੰਦਾ ਗੱਲਬਾਤ ਕਰਦਾ ਹੈ, ਜਦੋਂ ਕੱਪੜੇ ਵੇਚਣ ਨੂੰ ਜਾਂਦਾ, ਇਹਨੂੰ ਪਤਾ ਹੀ ਹੋਊ ਪਰਿਵਾਰ ਬਾਰੇ। ਫਿਰ ਬਾਬੇ ਦੇ ਦਿਮਾਗ ਦੇ ਵਿੱਚ ਇਹ ਆਉਂਦਾ ਵੀ ਜਦੋਂ ਇਹ ਕਿਸੇ ਨੂੰ ਮੇਰੇ ਕੋਲੇ ਲੈ ਕੇ ਆਊਗਾ, ਇਹ ਉਸ ਪਰਿਵਾਰ ਬਾਰੇ ਵੀ ਚੰਗੀ ਤਰ੍ਹਾਂ ਜਾਣਦਾ ਹੋਊਗਾ,
ਤੇ ਬਾਬੇ ਨੂੰ ਆ ਕੇ ਫਿਰ ਉਹ ਇਨਫੋਰਮੇਸ਼ਨ ਦੇ ਦੂਗਾ ਨਾ ਵੀ ਇਹ ਤਾਂ ਵਿਚਾਰਾ ਦੁਖਿਆਰਾ ਜਾਂ ਦੁਖਿਆਰੀ ਆ, ਇਹਨੂੰ ਤੇ ਇਹ ਪ੍ਰੋਬਲਮ ਆ, ਤਾਂ ਬਾਬੇ ਨੂੰ ਪਹਿਲਾਂ ਹੀ ਪਤਾ ਲੱਗ ਜੂਗਾ ਨਾ ਵੀ ਕਿਸ ਕਰਕੇ ਆਇਆ। ਕਈ ਵਾਰੀ ਹੁੰਦਾ ਨਾ ਆਪਾਂ ਦੇਖਦੇ ਆ ਕੋਈ ਜਿੱਦਾਂ ਸ਼ੋਜ਼ ਦੇਖਦੇ ਆ, ਉਹਦੇ ਵਿੱਚ ਹੁੰਦਾ ਨਹੀਂ ਕਿ ਬਾਬਾ ਕਹਿੰਦਾ ਕਿ ਕੁਝ ਬੋਲਣਾ ਨਹੀਂ, ਵੀ ਮੈਂ ਤੇਰੀ ਸ਼ਕਲ ਦੇਖ ਕੇ ਸਮਝ ਲਿਆ ਕਿ ਤੈਨੂੰ ਇਸ਼ੂ ਹੈ ਕੀ ਆ, ਇਨਫੋਰਮੇਸ਼ਨ ਦੇ ਦਿੰਦੇ ਹੋ। ਹਾਂਜੀ। ਸੋ ਬਾਬਾ ਨੂੰ ਬੁਲਾ ਕੇ ਇੱਕ ਦਿਨ ਕਹਿੰਦਾ ਕਿ ਭਗਤਾ ਮੈਂ ਨਾ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਤਾਂ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਹਰ ਰੋਜ਼ ਇੱਥੇ ਆਉਣਾ, ਇਸ ਕਰਕੇ ਵੀ ਮੈਂ ਤੇਰੇ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੈਂ ਨਾ ਤੈਨੂੰ ਕੁਝ ਦੇਣਾ ਚਾਹੁੰਦਾ। ਤੇ ਕੱਪੜਿਆਂ ਵਾਲਾ ਵਿਚਾਰਾ ਗਰੀਬੜਾ ਜਿਹਾ ਭਾਈ ਹੱਥ ਜੋੜ ਕੇ ਖੜਾ ਹੁੰਦਾ। ਉਹ ਕਹਿੰਦਾ ਵੀ ਤਾਂ ਕਰਨੀ ਵਾਲਾ ਬਾਬਾ, ਇੱਥੇ ਤਾਂ ਵੀ ਹਰ ਇੱਕ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਆ, ਤੇ ਵੀ ਇੱਥੇ ਤਾਂ ਜੇ ਹੁਣ ਬਾਬੇ ਨੇ ਮੈਨੂੰ ਕੁਝ ਦੇਣ ਬਾਰੇ ਸੋਚਿਆ, ਇਹਦਾ ਮਤਲਬ ਤੇ ਇਹ ਆ ਵੀ ਮੇਰੇ ਦਿਨ ਬਦਲਣ ਵਾਲੇ ਆ ਹੁਣ। ਉਹ ਬੜਾ ਖੁਸ਼ ਹੋ ਜਾਂਦਾ ਤੇ ਬਾਬਾ ਉਹਨੂੰ ਕਹਿੰਦਾ ਕਿ ਮੈਂ ਨਾ ਤੈਨੂੰ ਇੱਕ ਆਹ ਗਧਾ ਦੇਣਾ ਚਾਹੁੰਦਾ। ਬੱਲੇ। ਸੋ ਉਹ ਕਹਿੰਦਾ ਕਿ ਬਹੁਤ ਸ਼ੁਕਰੀਆ ਅਦਾ ਕਰਦਾ ਬਾਬੇ ਦਾ ਕਿ ਬਾਬੇ ਨੇ ਮੈਨੂੰ ਗਧਾ ਗਿਫਟ ਕਰਨ ਦੇ ਲਈ ਕਿਹਾ, ਮੈਨੂੰ ਗਧਾ ਦੇ ਰਿਹਾ, ਵੀ ਇਹਦਾ ਮਤਲਬ ਤੇ ਇਹੀ ਆ ਵੀ ਇਹ ਕੁਝ ਵੱਡੀ ਕੋਈ ਚੀਜ਼ ਹੋ ਜਾਣੀ ਹੈ ਮੇਰੀ ਲਾਈਫ ਦੇ ਵਿੱਚ। ਉਹ ਬਾਬੇ ਦਾ ਬਹੁਤ ਸ਼ੁਕਰੀਆ ਅਦਾ ਕਰਦਾ, ਫਿਰ ਕਬਰ ਤੇ ਜਾ ਕੇ ਬਹੁਤ ਸ਼ੁਕਰੀਆ ਅਦਾ ਕਰਦਾ ਤੇ ਫਿਰ ਉਹ ਕੀ ਕਰਦਾ, ਆਪਣੇ ਜਿਹੜੀ ਕੱਪੜਿਆਂ ਵਾਲੀ ਗੰਢ ਹੁੰਦੀ ਆ ਗਧੇ ਤੇ ਲੱਦ ਲੈਂਦਾ ਤੇ ਵੇਚਣ ਲਈ ਚਲੇ ਜਾਂਦਾ। ਪਹਿਲਾਂ ਸਿਰ ਤੇ ਰੱਖ ਕੇ ਜਾਂਦਾ ਹੁੰਦਾ ਸੀਗਾ ਤੇ ਫਿਰ ਹੁਣ ਉਹਨੂੰ ਗਧਾ ਮਿਲ ਗਿਆ। ਤੇ ਵੈਸੇ ਵੀ ਬਾਬੇ ਦੇ ਪ੍ਰਤੀ ਉਹਦੀ ਜਿਹੜੀ ਹੈਗੀ ਆ ਸੋਚ, ਪਹਿਲਾਂ ਹੀ ਉਹ ਸੋਚਦਾ ਸੀਗਾ ਨਾ ਕਿ ਬਾਬਾ ਇੱਕ ਕਰਾਮਾਤੀ ਬਾਬਾ, ਉਹਦੇ ਦਿਮਾਗ 'ਚ ਇਹੀ ਸੀ ਤੇ ਉਹਨੂੰ ਲੱਗਦਾ ਕਿ ਹੁਣ ਮੈਨੂੰ ਕਰਾਮਾਤੀ ਗਧਾ ਮਿਲ ਗਿਆ, ਬਾਬੇ ਦਾ ਗਧਾ। ਉਹ ਕਹਿੰਦਾ ਕਿ ਇਹਦਾ ਗਧਾ ਜਿਹੜਾ ਹੈਗਾ ਬੜਾ ਹੀ ਕਰਾਮਾਤੀ ਹੋਊਗਾ, ਹੈ ਨਾ। ਤੇ ਫਿਰ ਉਹ ਆਪਣੀ ਗੰਢ ਜਿਹੜੀ ਹੁੰਦੀ ਹੈ ਗਧੇ ਤੇ ਲੱਦ ਲੈਂਦਾ ਤੇ ਫਿਰ ਕੱਪੜੇ ਵੇਚਣ ਨੂੰ ਚਲੇ ਜਾਂਦਾ। ਜਦੋਂ ਥੱਕ ਜਾਂਦਾ ਤਾਂ ਆਪ ਵੀ ਗਧੇ ਤੇ ਬੈਠ ਜਾਂਦਾ ਸੀ। ਹੁਣ ਪਹਿਲਾਂ ਤਾਂ ਕੋਈ ਆਪਸ਼ਨ ਨਹੀਂ ਸੀ ਹੁੰਦੀ, ਉਹਨੂੰ ਤੁਰਨਾ ਪੈਂਦਾ ਸੀ ਬਹੁਤ ਦੂਰ ਦੂਰ ਤੱਕ ਜਾ ਕੇ, ਤੇ ਹੁਣ ਗਧਾ ਮਿਲਿਆ ਸੀ ਤਾਂ ਫਿਰ ਕੱਪੜਿਆਂ ਦੀ ਗੰਢ ਵੀ ਉੱਤੇ ਰੱਖ ਲੈਣੀ ਤੇ ਉਹਨੇ ਆਪ ਵੀ ਉੱਤੇ ਬੈਠ ਜਾਣਾ। ਇਸੇ ਦਿਨ ਕਿੰਨੇ ਦਿਨ ਚੱਲਦਾ ਰਿਹਾ, ਮਤਲਬ ਕਿ ਉਹਨੂੰ ਤੁਰਨਾ ਨਹੀਂ ਸੀ ਪੈਂਦਾ, ਪਰ ਉਹਨੇ ਵੀ ਆਪਣਾ ਕੰਟੀਨਿਊ ਵੀ ਰੱਖਿਆ ਬਾਬੇ ਦੇ ਜਿਹੜਾ ਡੇਰਾ ਸੀਗਾ ਵੀ ਉੱਥੇ ਜਾਣਾ, ਮੱਥਾ ਟੇਕਣਾ, ਜਿਹੜੀ ਉਹਦੀ ਰੂਟੀਨ ਸੀ ਉਹਨੇ ਉਹਨੂੰ ਉਸੇ ਤਰ੍ਹਾਂ ਕੰਟੀਨਿਊ ਰੱਖਿਆ। ਤੇ ਇੱਕ ਦਿਨ ਕੀ ਹੋ ਜਾਂਦਾ ਵੀ ਅਚਾਨਕ ਜਿਹੜਾ ਗਧਾ ਹੁੰਦਾ ਨਾ ਬਿਮਾਰ ਹੋ ਜਾਂਦਾ ਤੇ ਉਹਨੂੰ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਤਾਂ ਬਾਬੇ ਨੇ ਮੈਨੂੰ ਗਧਾ ਦਿੱਤਾ ਸੀਗਾ ਤੇ ਕਰਾਮਾਤੀ ਗਧਾ ਹੈ ਨਾ, ਵੀ ਬਿਮਾਰ ਕਿਵੇਂ ਹੋ ਗਿਆ, ਵੀ ਕਿਤੇ ਮੇਰੇ ਤੋਂ ਤਾਂ ਨਹੀਂ ਕੋਈ ਭੁੱਲ ਚੁੱਕ ਹੋ ਗਈ। ਉਹ ਐਂ ਵੀ ਸੋਚਣ ਲੱਗ ਜਾਂਦਾ, ਜਾਂ ਇਦਾਂ ਵੀ ਕਹਿੰਦੇ ਨੇ ਕਿ ਬਾਬਾ ਟੈਸਟ ਲੈਂਦਾ ਮੇਰਾ। ਹਾਂਜੀ, ਕਈ ਵਾਰੀ ਕਹਿ ਦਿੰਦੇ ਆ ਨਾ ਕਿ ਜਦੋਂ ਕੋਈ ਬੰਦਾ ਸਟਰਗਲ ਚੋਂ ਲੰਘਦਾ ਹੁੰਦਾ ਕਿ ਰੱਬ ਤੁਹਾਡਾ ਇਮਤਿਹਾਨ ਲੈ ਰਿਹਾ, ਤਾਂ ਉਹ ਨਾ ਗਧੇ ਨੂੰ ਇਮਤਿਹਾਨ ਵੀ ਗਧੇ ਥਰੂ ਲੈ ਰਿਹਾ। ਹਾਂਜੀ, ਤੇ ਫਿਰ ਜਦੋਂ ਦੇਖਦਾ ਵੀ ਜਿਹੜਾ ਗਧਾ ਤਾਂ ਇੰਨਾ ਸਿੱਖ ਆ, ਉਹ ਨਾ ਗਧੇ ਦੀ ਪੂਜਾ ਕਰਦਾ, ਕਈ ਕੁਛ ਕਰਦਾ ਆਲੇ ਦੁਆਲੇ, ਹਨਾ, ਆਪਣੀ ਵਾਈਫ ਨੂੰ ਕਹਿੰਦਾ, ਆਪਣੇ ਬੱਚਿਆਂ ਨੂੰ ਕਹਿੰਦਾ ਵੀ ਗਧੇ ਦੇ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਰੈਡੀ ਕਰਵਾਉਂਦਾ ਉਹ, ਹੈ ਨਾ। ਤੇ ਫਿਰ ਜਾ ਕੇ ਸੁੱਖਣਾ ਵੀ ਸੁੱਖ ਕੇ ਆਉਂਦਾ ਵੀ ਛੇਤੀ ਠੀਕ ਹੋ ਜੇ। ਤੇ ਫਿਰ ਡੇਰੇ 'ਚ ਜਾ ਕੇ ਥੋੜਾ ਜਿਹਾ ਡਰ ਜਾਂਦਾ, ਕਹਿੰਦਾ ਕਿ ਮੈਂ ਬਾਬੇ ਨੂੰ ਦੱਸਾਂ ਕਿ ਨਾ। ਫਿਰ ਉਹ ਸੋਚਦਾ ਕਿ ਬਾਬੇ ਨੂੰ ਤਾਂ ਪਤਾ ਹੀ ਹੋ ਸਾਰਾ ਕੁਝ, ਕਿਉਂਕਿ ਉਹਨੇ ਤਾਂ ਮੈਨੂੰ ਦਿੱਤਾ ਹੀ ਆ ਗਧਾ, ਹਨਾ, ਵੀ ਉਹਨੂੰ ਤਾਂ ਸਾਰਿਆਂ ਦਾ ਹਾਲ ਚਾਲ ਸਭ ਦਾ ਪਤਾ, ਐਵੇਂ ਤਾਂ ਨਹੀਂ ਲੋਕ ਦੂਰੋਂ ਦੂਰੋਂ ਆਉਂਦੇ ਚੜਾਵੇ ਲੈ ਕੇ ਉੱਥੇ ਬਾਬੇ ਦੇ। ਤੇ ਹੁੰਦਾ ਕੀ ਹੈ, ਜਿਹੜਾ ਗਧਾ ਉਹਦੀ ਜਿਹੜੀ ਹਾਲਤ ਹੈਗੀ ਆ ਨਾ ਉਹ ਖਰਾਬ ਹੋਣ ਲੱਗ ਜਾਂਦੀ ਆ, ਮਤਲਬ ਉਹ ਠੀਕ ਨਹੀਂ ਹੁੰਦਾ ਹੈਗਾ। ਜਿੰਨੇ ਵੀ ਓੜ ਪੋੜ ਉਹਨੇ ਕਰਨੇ ਹੁੰਦੇ ਆ ਕੱਪੜਿਆਂ ਵਾਲੇ ਬੰਦੇ ਨੇ ਉਹ ਕਰ ਲੈਂਦਾ, ਪਰ ਕਿਸੇ ਵੀ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਤੇ ਜਿਹੜਾ ਗਧਾ ਹੁੰਦਾ ਨਾ ਉਹ ਇੱਕ ਦਿਨ ਉਹਨੂੰ ਲੱਗਦਾ ਕਿ ਥੋੜਾ ਜਿਹਾ ਗੁੱਡ ਜਿਹਾ ਲੱਗਦਾ ਵੀ ਚਲੋ ਅੱਜ ਸ਼ਾਇਦ ਜਾ ਸਕਦਾ। ਉਹ ਕਹਿੰਦਾ ਚੱਲ ਵੀ ਅੱਜ ਮੇਰੇ ਤੋਂ ਜ਼ਿਆਦਾ ਕੰਮ ਨਹੀਂ ਲੈਂਦਾ ਹੈਗਾ, ਵੀ ਉਦਾਂ ਇਹਨੂੰ ਮੈਂ ਲੈ ਜਾਂਦਾ ਨਾਲ, ਕੱਪੜੇ ਰੱਖ ਲੂੰਗਾ, ਨਹੀਂ ਤਾਂ ਫਿਰ ਕੱਪੜੇ ਵੀ ਚੁੱਕ ਲੂੰਗਾ, ਚਲੋ ਗਧੇ ਦੀ ਆਊਟਿੰਗ ਹੀ ਹੋ ਜੂਗੀ। ਵੀ ਜਦੋਂ ਮੈਂ ਇਹਨੂੰ ਡੇਰੇ ਕੋਲੋਂ ਲਗਾਉਂਗਾ ਕੀ ਪਤਾ ਵੀ ਡੇਰੇ ਦਾ ਅਸਰ ਹੋ ਜਵੇ, ਡੇਰੇ ਦਾ ਅਸਰ, ਹੈ ਨਾ। ਤੇ ਫਿਰ ਕੀ ਹੁੰਦਾ ਵੀ ਉਹ ਜਾਂਦਾ ਤਾਂ ਥੋੜੀ ਜਿਹੀ ਦੂਰ ਹਜੇ ਜਾਂਦਾ ਹੀ ਆ ਤਾਂ ਗਧਾ ਜਿਹੜਾ ਹੁੰਦਾ ਨਾ ਉਹ ਡਿੱਗ ਜਾਂਦਾ। ਉਹਨੂੰ ਫਿਕਰ ਪੈ ਜਾਂਦਾ ਵੀ ਹੁਣ ਇਹ ਕੀ ਹੋ ਗਿਆ, ਹੈ ਨਾ, ਵੀ ਡੇਰਾ ਵੀ ਬਾਬੇ ਦਾ ਨੇੜੇ ਹੀ ਆ, ਗਧਾ ਤਾਂ ਮੈਨੂੰ ਬਾਬੇ ਨੇ ਹੀ ਦਿੱਤਾ ਸੀਗਾ, ਤਾਂ ਇਹ ਤਾਂ ਹੁਣ ਡਿੱਗ ਗਿਆ, ਵੀ ਮੈਂ ਹੁਣ ਕੀ ਕਰਾਂ। ਤਾਂ ਉਹ ਮਰ ਜਾਂਦਾ ਜਿਹੜਾ ਗਧਾ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ, ਉਹ ਕਹਿੰਦਾ ਵੀ ਮੈਂ ਨਾ ਇਹਨੂੰ ਇੱਥੇ ਹੀ ਦੱਬ ਦਿੰਨਾ, ਵੀ ਜੇ ਮੈਂ ਨਾ ਦੱਬਿਆ, ਜੇ ਮੈਂ ਰੌਲਾ ਪਾ ਦਿੱਤਾ ਤਾਂ ਬਾਬੇ ਨੂੰ ਪਤਾ ਲੱਗ ਜਾਣਾ, ਬਾਬੇ ਨੇ ਕਹਿਣਾ ਵੀ ਮੈਂ ਤਾਂ ਉਹਦੀ ਗਧੇ ਦੀ ਟੇਕ ਕੇਅਰ ਹੀ ਨਹੀਂ ਕੀਤੀ ਹੈਗੀ, ਮੈਨੂੰ ਟੇਕ ਕੇਅਰ ਕਰਨੀ ਚਾਹੀਦੀ ਸੀ। ਉਹ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਜਾਂਦਾ ਕਿ ਮੇਰੀ ਉਹ ਕਿਸੇ ਗਲਤੀ ਕਰਕੇ ਇਹ ਹੋਇਆ।
ਤੇ ਫਿਰ ਉਹ ਕੀ ਕਰਦਾ ਕਿ ਉੱਥੇ ਨਾ ਪਿੰਡ ਦੇ ਬਾਹਰ ਹੀ ਗਧੇ ਨੂੰ ਦੱਬ ਦਿੰਦਾ ਤੇ ਦੱਬ ਕੇ ਨਾ ਇੱਕ ਕਬਰ ਜੀ ਬਣਾ ਦਿੰਦਾ ਤੇ ਬਹੁਤ ਰੋਂਦਾ ਉਹ ਉੱਥੇ, ਬਹੁਤ ਜ਼ਿਆਦਾ ਫੁੱਟ ਕੇ ਰੋਂਦਾ। ਉਹਨੂੰ ਇਹ ਲੱਗਦਾ ਕਿ ਉਹਨੇ ਤਾਂ ਕੋਈ ਬਹੁਤ ਵੱਡਾ ਉਹ ਤੋਂ ਪਾਪ ਹੋ ਗਿਆ, ਜਿਹੜਾ ਕਰਾਮਾਤੀ ਗਧਾ ਉਹਦੇ ਤੋਂ ਮਰ ਗਿਆ, ਉਹ ਤੋਂ ਉਹਦੀ ਟੇਕ ਕੇਅਰ ਨਹੀਂ ਚੰਗੀ ਤਰ੍ਹਾਂ ਹੋਈ, ਬਾਬੇ ਦਾ ਗਧਾ। ਹਾਂਜੀ, ਫੁੱਟ ਕੇ ਰੋ ਰਿਹਾ ਹੁੰਦਾ। ਤਾਂ ਉਸ ਵਕਤ ਉਹਦੇ ਕੋਲੋਂ ਕੁਛ ਰਾਹੀ ਵੀ ਲੰਘਦੇ ਹੁੰਦੇ ਆ। ਹੁਣ ਇਹ ਤਾਂ ਉਹਨੇ ਕਬਰ ਬਣਾ ਦਿੱਤੀ ਹੁੰਦੀ ਆ ਤਾਂ ਰੋ ਰਿਹਾ। ਉਹ ਸੋਚਦੇ ਨੇ ਵੀ ਇਦਾਂ ਲੱਗਦਾ ਜਿਵੇਂ ਕੋਈ ਸੰਤ ਮਰ ਗਿਆ ਹੁੰਦਾ, ਕਿਉਂਕਿ ਜਦੋਂ ਰੋ ਰਿਹਾ ਹੁੰਦਾ, ਵੈਣ ਪਾ ਰਿਹਾ ਹੁੰਦਾ, ਤਾਂ ਉਹਦੇ ਵੈਣਾਂ ਤੋਂ ਇਹੀ ਲੱਗਦਾ ਵੀ ਕੋਈ ਸਾਧੂ ਮਹਾਤਮਾ ਦੀ ਮੌਤ ਹੋਈ ਆ। ਤਾਂ ਕੋਲੋਂ ਲੰਘਦੇ ਰਾਈਆਂ ਨੇ ਜਦੋਂ ਇਹ ਦੇਖਿਆ ਤਾਂ ਉਹ ਵੀ ਉਹਦੇ ਕੋਲੇ ਬੈਠ ਜਾਂਦੇ ਨੇ, ਮੱਥਾ ਟੇਕਦੇ ਆ ਗਧੇ ਦੀ ਕਬਰ ਦੇ ਉੱਪਰ ਜਿਹੜੀ ਉਹਨੇ ਬਣਾਈ ਹੁੰਦੀ ਆ, ਤੇ 2-4 ਮਿੰਟ ਬੈਠਦੇ ਤੇ ਚਲੇ ਜਾਂਦੇ ਆ ਤੇ ਕੁਝ ਪੈਸੇ ਚੜਾ ਦਿੰਦੇ ਆ। ਕਈ ਤਰ੍ਹਾਂ ਦਾ ਸਮਾਨ ਜਿਹੜਾ ਸੁੱਖਣਾ ਦਾ ਹੁੰਦਾ, ਕਈ ਕੁਛ ਹੀ ਰੱਖ ਦਿੰਦੇ ਆ ਕੋਲੇ। ਹੁੰਦਾ ਕੀ ਆ ਫਿਰ ਕਿ ਕੁਝ ਦਿਨਾਂ ਤੋਂ ਬਾਅਦ ਕੁਦਰਤੀ ਹੋਈ, ਕਿਉਂਕਿ ਇੱਕ ਜਿਹੜਾ ਬੰਦਾ ਉੱਥੇ ਪਹਿਲੇ ਨੰਬਰ ਤੇ ਜਾਂਦਾ ਜਿਹਨੂੰ ਲੱਗਦਾ ਵੀ ਕੋਈ ਸਾਧੂ ਸੰਤ ਮਰ ਗਿਆ ਨਾ, ਉਹ ਉੱਥੇ ਵੈਸੇ ਹੀ ਮਨੋ ਮਨ ਕੋਈ ਸੁੱਖਣਾ ਸੁੱਖ ਲੈਂਦਾ। ਕੁਦਰਤੀ ਕੀ ਹੁੰਦਾ ਕਿ ਉਹਦੀ ਜਿਹੜੀ ਸੁੱਖਣਾ ਹੁੰਦੀ ਆ ਨਾ ਪੂਰੀ ਹੋ ਜਾਂਦੀ ਆ, ਉਹ ਮਨੋਕਾਮਨਾ ਹੋਵੇ ਪੂਰੀ। ਹਾਂਜੀ, ਮਨੋਕਾਮਨਾ ਉਹਦੀ ਪੂਰੀ ਹੋ ਗਈ, ਜੋ ਉਹਨੇ ਸੁੱਖ ਉੱਥੇ ਸੁੱਖੀ ਸੀ। ਉਹ ਫਿਰ ਆਪਣੇ ਪਿੰਡ ਜਾਂਦਾ, ਕਿਤੇ ਢੋਲ ਵਜਾਉਂਦਾ, ਕਿਤੇ ਨੱਚਦਾ, ਕਿਤੇ ਲੁੱਡੀਆਂ ਪਾਉਂਦਾ। ਫਿਰ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਵੀ ਇਹਨੂੰ ਕੀ ਹੋ ਗਿਆ, ਵੀ ਤੇ ਸਾਰੀ ਦਿਹਾੜੀ ਤੇ ਇਹਨਾਂ ਦੇ ਘਰ ਸਾੜ ਸਤੀ ਚੱਲਦੀ ਰਹਿੰਦੀ ਆ ਤੇ ਵੀ ਅੱਜ ਤਾਂ ਇਹ ਬੜੇ ਭੰਗੜੇ ਪਾ ਰਿਹਾ, ਬੜਾ ਹੀ ਖੁਸ਼ ਆ। ਉਹ ਤਾਂ ਆਪਦੀ ਜਾਣੀ ਖੁਸ਼ੀ ਜਿਹੜੀ ਹੁੰਦੀ ਆ ਨਾ ਸਾਂਭੀ ਨਹੀਂ ਜਾਂਦੀ। ਉਹ ਕਹਿੰਦੇ ਵੀ ਦੱਸ ਤਾਂ ਦੇ ਵੀ ਕੀ ਹੋ ਗਿਆ। ਉਹ ਕਹਿੰਦਾ ਚਲੋ ਵੀ ਮੈਂ ਤਾਂ ਮਨ ਦਾ ਬਹੁਤ ਸਾਫ਼ ਆ, ਮੈਂ ਨਾ ਇੱਕ ਜਗ੍ਹਾ ਤੇ ਗਿਆ ਸੀ ਕਬਰ ਤੇ, ਉੱਥੇ ਕੋਈ ਬਹੁਤ ਕਰਨੀ ਵਾਲੇ ਸਾਧੂ ਸੰਤ ਜੀ ਜਿਹੜੇ ਸੀਗੇ ਉਹਨਾਂ ਦੀ ਮੌਤ ਹੋਈ ਸੀ ਤੇ ਉੱਥੇ ਮੈਂ ਜਾ ਕੇ ਪੂਰੀ ਸ਼ਰਧਾ ਦੇ ਨਾਲ ਸੁੱਖ ਸੁੱਖੀ ਸੀਗੀ। ਇੱਕ ਜਿਹੜੀ ਮੇਰੀ ਸੁੱਖ ਸੀ ਉਹ ਮੇਰੀ ਪੂਰੀ ਹੋ ਗਈ। ਵੀ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਵੀ ਉੱਥੇ ਜਾਵੋ ਤੇ ਜਾ ਕੇ ਉੱਥੇ ਹਰ ਇੱਕ ਜਿਹੜੀ ਵੀ ਤੁਹਾਡੀ ਪ੍ਰੋਬਲਮ ਆ ਉਹਦਾ ਸੋਲੂਸ਼ਨ ਹੋ ਜਾਣਾ। ਹੁਣ ਜਿਹੜਾ ਕੱਪੜਿਆਂ ਵਾਲਾ ਭਾਈ ਹੁੰਦਾ ਉਹ ਹਰ ਰੋਜ਼ ਗਧੇ ਦੀ ਕਬਰ ਤੇ ਵੈਸੇ ਜਾਂਦਾ ਹੁੰਦਾ। ਉਹ ਇਸ ਕਰਕੇ ਜਾਂਦਾ ਹੁੰਦਾ ਵੀ ਇਹ ਕਰਾਮਾਤੀ ਗਧਾ ਸੀ, ਮੈਨੂੰ ਦਿੱਤਾ ਸੀ ਬਾਬੇ ਨੇ, ਵੀ ਮੈਨੂੰ ਜਾਣਾ ਹੀ ਪਊਗਾ, ਜੇ ਮੈਂ ਨਹੀਂ ਗਿਆ ਪਤਾ ਨਹੀਂ ਵੀ ਉਹ ਭੂਤ ਭਾਤ ਬਣ ਕੇ ਆ ਕੇ ਮੈਨੂੰ ਚੰਬੜੀ ਜਾਵੇ, ਹੈ ਨਾ। ਉਹ ਆਪਦੇ ਡਰ ਕਰਕੇ ਜਾਂਦਾ ਸੀ, ਮਨ ਦੇ ਡਰ ਕਰਕੇ। ਤੇ ਲੋਕੀ ਉਹਨੂੰ ਉੱਥੇ ਬੈਠਾ ਦੇਖ ਲੈਂਦੇ ਸੀ ਤਾਂ ਲੋਕ ਉਹਨੂੰ ਬੈਠਾ ਦੇਖ ਕੇ ਤਾਂ ਉੱਥੇ ਫਿਰ ਮੱਥਾ ਵਗੈਰਾ ਟੇਕਦੇ ਸੀਗੇ। ਜਦੋਂ ਕਰਾਮਾਤੀ ਤਾਂ ਬਣ ਗਿਆ, ਹੁਣ ਪੈਸੇ ਮੁਫਤ ਦੇ ਚੜ੍ਹਨ ਪਏ। ਹਾਂਜੀ ਡਾਕਟਰ ਸਾਹਿਬ, ਫਿਰ ਪਤਾ ਕੀ ਹੁੰਦਾ, ਜਿਹੜੇ ਪਿੰਡ ਵਾਲੇ ਹੁੰਦੇ ਆ ਉਹ ਬੰਦੇ ਦੀ ਜਿਹੜੀ ਸੁੱਖਣਾ ਪੂਰੀ ਹੋਈ ਹੁੰਦੀ ਆ ਉਹਨੂੰ ਕਹਿੰਦੇ ਵੀ ਚੱਲ ਸਾਨੂੰ ਦਿਖਾ ਕੇ ਤਾਂ ਲੈ ਕੇ ਆ। ਸਾਰਿਆਂ ਨੂੰ ਲੈ ਕੇ ਜਾਂਦਾ, ਸਾਰੇ ਜਾਣੇ ਇਕੱਠੇ ਹੋ ਕੇ ਜਾਂਦੇ ਆ, ਕਤਾਰਾਂ ਲੱਗ ਜਾਂਦੀਆਂ ਨੇ ਡਾਕਟਰ ਸਾਹਿਬ ਮੱਥਾ ਟੇਕਣ ਦੇ ਲਈ, ਕਿਉਂਕਿ ਇੰਨੇ ਜ਼ਿਆਦਾ ਲੋਕ ਉੱਥੇ ਜਾਣੇ ਆਉਣ ਸ਼ੁਰੂ ਹੋ ਜਾਂਦੇ ਆ ਕਿ ਵਾਰੀ ਨਹੀਂ ਆਉਂਦੀ ਲੋਕਾਂ ਦੀ। ਫਿਰ ਲੰਬੀ ਕਤਾਰਾਂ ਲੱਗਦੀਆਂ ਤੇ ਫਿਰ ਲੋਕੀ ਉੱਥੇ ਪੈਸਾ ਚੜਾਉਂਦੇ ਹੈਗੇ ਆ। ਹੋਰ ਵੀ ਜਿਹੜਾ ਜ਼ਰੂਰਤ ਦਾ ਜਿੱਦਾਂ ਸਮਾਨ ਹੁੰਦਾ, ਉਹ ਸਾਰੀ ਗਰੋਸਰੀ ਜਿੱਦਾਂ ਕਹਿ ਲੈਂਦੇ ਆ, ਉਹ ਉੱਥੇ ਚਾੜ ਕੇ ਆਉਂਦੇ। ਕੋਈ ਕਹਿੰਦਾ ਜੀ ਇੱਥੇ ਕਾਲੀ ਦਾਲ ਚਾੜ ਦਿਓ, ਕੋਈ ਕਹਿੰਦਾ ਜੀ ਇੱਥੇ ਯੈਲੋ ਦਾਲ ਚਾੜ ਦਿਓ। ਕਈ ਤਰ੍ਹਾਂ ਦੇ ਲੋਕਾਂ ਦੇ ਮਨ ਦੇ ਵਿੱਚ ਜਿੱਦਾਂ ਵਹਿਮ ਹੁੰਦੇ ਆ ਆਪਣੇ ਆਪ ਹੀ, ਹੈ ਨਾ, ਉਹ ਬਣ ਜਾਂਦੇ ਨੇ। ਤੇ ਫਿਰ ਹੁੰਦਾ ਕੀ ਆ ਕਿ ਜਿਹੜਾ ਕੱਪੜਿਆਂ ਵਾਲਾ ਹੁੰਦਾ ਉਹਦਾ ਤਾਂ ਬਹੁਤ ਵਾਰੇ ਨਿਆਰੇ ਹੋ ਜਾਂਦੇ ਨੇ। ਉਹ ਕਹਿੰਦਾ ਵਾਕਈ ਜਿਹੜਾ ਗਧਾ ਸੀ ਨਾ ਬਹੁਤ ਕਰਾਮਾਤੀ ਸੀ, ਵੀ ਬਾਬਾ ਜੀ ਨੂੰ ਪਤਾ ਹੀ ਹੋਣਾ ਵੀ ਥੋੜੇ ਦਿਨਾਂ ਦਾ ਹੀ ਮਹਿਮਾਨ ਆ, ਇਸ ਕਰਕੇ ਨਾ ਉਹਨਾਂ ਨੇ ਮੈਨੂੰ ਦਿੱਤਾ। ਤੇ ਫਿਰ ਉਹ ਬਾਬੇ ਦਾ ਵੀ ਬਹੁਤ ਸ਼ੁਕਰਗੁਜ਼ਾਰ ਹੋ ਜਾਂਦਾ। ਤੇ ਇੱਕ ਦਿਨ ਅਚਾਨਕ ਹੀ ਕੀ ਹੁੰਦਾ ਕਿ ਜਿਹੜਾ ਉਹੀ ਬਾਬਾ ਹੁੰਦਾ ਨਾ ਜਿਹਨੇ ਕੱਪੜੇ ਵਾਲੇ ਨੂੰ ਗਧਾ ਦਿੱਤਾ ਹੁੰਦਾ, ਉਹ ਉੱਥੋਂ ਲੰਘ ਰਿਹਾ ਹੁੰਦਾ, ਦੇਖਦਾ ਵੀ ਇੱਥੇ ਇੰਨੀਆਂ ਲੰਬੀਆਂ ਕਤਾਰਾਂ ਕਿਹੜੀਆਂ ਨੇ, ਵੀ ਇੱਥੇ ਥੋੜੇ ਦਿਨ ਪਹਿਲਾਂ ਤਾਂ ਕੁਝ ਵੀ ਨਹੀਂ ਸੀ। ਉਹਦੇ ਵਿੱਚ ਵੀ ਕਿਉਰਿਓਸਿਟੀ ਆ ਜਾਂਦੀ ਹੈ ਜਾਣਨ ਦੀ, ਵੀ ਮੈਂ ਜਾ ਕੇ ਚੈੱਕ ਤਾਂ ਕਰਾਂ, ਵੀ ਚਲੋ ਮੇਰੇ ਡੇਰੇ ਤੇ ਤਾਂ ਹੈ ਹੀ ਨਹੀਂ ਤਿਲ ਸੁੱਟਣ ਨੂੰ ਥਾਂ, ਦੇਖ ਲੈਂਦੇ ਆ ਜਾ ਕੇ। ਤੇ ਉਹ ਜਾਂਦਾ ਜਦੋਂ ਤੇ ਜਾ ਕੇ ਦੇਖਦਾ ਵੀ ਜਿਹੜੇ ਬੰਦੇ ਨੂੰ ਉਹਨੇ ਗਧਾ ਦਿੱਤਾ ਹੁੰਦਾ ਨਾ, ਵੀ ਉਹ ਉੱਥੇ ਬੈਠਾ ਤੇ ਲੋਕੀ ਚੜਾਵਾ ਚਾੜ ਰਹੇ ਨੇ। ਉਹ ਵੀ ਦੇਖ ਲੈਂਦਾ ਹੁਣ ਉਹ ਸਾਧੂ ਸੰਤ ਨੂੰ, ਮਹਾਤਮਾ ਨੂੰ, ਕੱਪੜਿਆਂ ਵਾਲਾ ਭਾਈ। ਜਦੋਂ ਦੇਖਦਾ ਨਾ ਉਹ ਦੂਰੋਂ ਹੀ ਉੱਠ ਕੇ ਚਲੇ ਜਾਂਦਾ ਤੇ ਉਹਦੇ ਪੈਰ ਫੜ ਲੈਂਦਾ, ਕਹਿੰਦਾ ਕਿ ਬਾਬਾ ਜੀ ਜਿਹੜਾ ਤੁਹਾਡਾ ਦਿੱਤਾ ਗਧਾ ਨਾ, ਜਦੋਂ ਜਿਉਂਦਾ ਸੀ ਇਹ ਉਦੋਂ ਵੀ ਮੈਨੂੰ ਪੈਸੇ ਕਮਾ ਕੇ ਦਿੰਦਾ ਸੀ, ਉਦੋਂ ਵੀ ਮੇਰੀ ਮਦਦ ਕਰਦਾ ਸੀ। ਜਿਉਂਦਾ ਲੱਖ ਦਾ, ਮਰਿਆ ਸਵਾ ਲੱਖ। ਹਾਂਜੀ, ਤੇ ਉਹ ਕਹਿੰਦਾ ਕਿ ਹੁਣ ਇਹ ਮਰ ਗਿਆ ਤੇ ਮਰ ਕੇ ਵੀ ਇਹ ਮੈਨੂੰ ਪੈਸੇ ਦੇ ਰਹੇ ਆ, ਮੇਰੀ ਮਦਦ ਕਰ ਰਹੇ ਆ। ਇਹ ਤਾਂ ਮਰ ਕੇ ਵੀ ਇਹਨੇ ਤਾਂ ਮੇਰੇ ਸਾਰੇ ਜਿਹੜੇ ਦੁੱਖ ਹੈਗੇ ਆ, ਮੇਰੀ ਸਾਰੀ ਜਿਹੜੀ ਗਰੀਬੀ ਹੈਗੀ ਆ, ਵੀ ਇਹਨੇ ਤਾਂ ਦੂਰ ਕਰਤੀ ਆ।
ਉਹ ਬਹੁਤ ਉਹਦਾ ਥੈਂਕਸ ਕਰਦਾ, ਬਹੁਤ ਹੰਬਲ ਹੋ ਕੇ ਥੈਂਕਸ ਕਰਦਾ। ਬਾਬਾ ਨਾ ਹੱਸਣ ਲੱਗ ਜਾਂਦਾ ਤੇ ਉਹਨੂੰ ਕੱਪੜਿਆਂ ਵਾਲੇ ਭਾਈ ਨੂੰ ਹੁਣ ਵਿਚਾਰੇ ਨੂੰ ਕੀ ਪਤਾ, ਉਹ ਕਹਿੰਦਾ ਵੀ ਤਾਂ ਕਰਾਮਾਤੀ ਬਾਬਾ, ਵੀ ਕੀ ਪਤਾ ਹੁਣ ਕੀ ਇਹਨੇ ਮੈਨੂੰ ਦੇਣਾ ਹੋਰ, ਹੈ ਨਾ। ਤੇ ਹੱਸਣ ਲੱਗ ਜਾਂਦਾ ਤੇ ਉਹ ਕਹਿੰਦਾ, ਬਾਬਾ ਉਹਦੇ ਵੱਲ ਮੂੰਹ ਕਰਕੇ, ਤੈਨੂੰ ਪਤਾ ਵੀ ਪਹਿਲਾਂ ਤੂੰ ਜਿਹੜੀ ਕਬਰ ਤੇ ਮੱਥਾ ਰਗੜਦਾ ਹੁੰਦਾ ਸੀ ਨਾ, ਉਹ ਇਸ ਗਧੇ ਦੀ ਮਾਂ ਦੀ ਵੀ ਕਬਰ ਆ। ਉਹ ਕਹਿੰਦਾ ਕਿ ਇਸੇ ਤਰ੍ਹਾਂ ਚੱਲਦਾ, ਪਰ ਭੇਤ ਤੂੰ ਗਾਹਾਂ ਨਾ ਕਿਸੇ ਨੂੰ ਨਹੀਂ, ਵੀ ਮੈਂ ਤਾਂ ਤੈਨੂੰ ਦੱਸਦਾ ਕਿਉਂਕਿ ਮੈਨੂੰ ਪਤਾ ਆ। ਮਾਂ ਦੀ ਕਮਾਈ ਮੈਂ ਖਾ ਰਿਹਾ, ਪੁੱਤ ਦੀ ਕਮਾਈ ਤੂੰ ਖਾ। ਹਾਂਜੀ ਡਾਕਟਰ ਸਾਹਿਬ, ਹੁਣ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਨੂੰ ਕਹਾਣੀ ਕਿਵੇਂ ਲੱਗੀ? ਕਹਾਣੀ ਵਧੀਆ, ਇਦਾਂ ਹੀ ਸ਼ੁਰੂਆਤ ਵੈਸੇ ਇਦਾਂ ਹੀ ਹੁੰਦੀ ਆ। ਜਿਹੜੀਆਂ ਮੱਠ ਬਣਾਏ ਆ, ਜਿਹੜੀਆਂ ਕਰਾਮਾਤਾਂ ਜਿਹਨਾਂ ਲੋਕਾਂ ਨੇ ਜੋੜੀਆਂ ਹੁੰਦੀਆਂ, ਹਾਂਜੀ, ਉਹ ਤੇ ਕਹਾਣੀਆਂ ਬਾਅਦ ਦੇ ਵਿੱਚ ਕੀ ਕਹਿੰਦੇ ਬਾਤ ਦਾ ਪਤੰਗੜ ਬਣ ਜਾਂਦਾ ਨਾ। ਫਿਰ ਤਾਂ ਡਾਕਟਰ ਸਾਹਿਬ ਮੇਲੇ ਲੱਗਣ ਲੱਗ ਜਾਂਦੇ ਆ ਵੱਡੇ ਵੱਡੇ, ਕੋਈ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਹੈਗਾ ਵੀ ਉੱਥੇ ਲੋਕ ਜਾਂਦੇ ਕੀ ਕਰਨ ਨੂੰ ਆ। ਹੁਣ ਦੇਖੋ ਕਿਸੇ ਨੂੰ ਨਹੀਂ ਪਤਾ ਕਿ ਕਬਰਾਂ ਦੇ ਵਿੱਚ ਕੌਣ ਹੈਗਾ ਤੇ ਕੌਣ ਨਹੀਂ ਹੈਗਾ, ਪਰ ਇੱਕ ਦੂਜੇ ਨੂੰ ਦੇਖੋ ਦੇਖੀ ਮੱਥਾ ਟੇਕਦੇ ਰਹਿੰਦੇ ਆ ਲੋਕੀ ਅੰਧ ਵਿਸ਼ਵਾਸ ਦੇ ਮਾਰੇ ਹੋਏ। ਉਹ ਕਿਸੇ ਨੇ ਐਕਸਪੈਰੀਮੈਂਟ ਕੀਤਾ ਸੀ, ਉਹ ਕਹਿੰਦਾ ਕਿ ਕਲਕੱਤੇ ਇੱਕ ਬ੍ਰਿਜ ਦੇ ਵਿੱਚ ਉੱਤੇ ਖੜ ਗਿਆ ਬੰਦਾ ਤੇ ਉਹ ਥੱਲੇ ਨੂੰ ਦੇਖਣ ਲੱਗ ਪਿਆ। ਹਾਂਜੀ, ਉਹ ਤਾਂ ਸਟੱਡੀ ਕਰ ਰਿਹਾ ਸੀ, ਬੰਦਾ ਕੁਛ ਨਹੀਂ ਕਰ ਰਿਹਾ ਸੀ, ਇਹ ਸਟੱਡੀ ਕਰ ਰਿਹਾ ਸੀ ਕਰਾਊਡ ਕੀ ਕਰਦੀ ਆ। ਦੂਜਾ ਬੰਦਾ ਆਇਆ, ਉਹ ਥੱਲੇ ਨੂੰ ਦੇਖਣ ਲੱਗ ਪਿਆ, ਤੀਜਾ ਬੰਦਾ ਆਇਆ, ਉਹ ਥੱਲੇ ਨੂੰ ਦੇਖਣ ਲੱਗ ਪਿਆ। ਉਹ ਕੋਈ ਘੰਟੇ ਡੇਢ ਘੰਟੇ ਦੇ ਵਿੱਚ 15 ਉਹਨਾਂ ਨੇ ਬ੍ਰਿਜ ਬੰਦ ਕਰਤਾ, ਲੋਕੀ ਖੜੇ ਆ ਥੱਲੇ ਨੂੰ ਦੇਖਦੇ। ਉਹ ਕਹਿੰਦੇ ਵੀ ਤੂੰ ਕੀ ਦੇਖਦਾ? ਕਹਿੰਦਾ ਮੈਂ ਕੁਛ ਨਹੀਂ ਦੇਖਦਾ, ਮੈਂ ਤੁਹਾਨੂੰ ਹੀ ਦੇਖਦਾ। ਇਹ ਸਟੱਡੀ ਕਰ ਰਿਹਾ, ਹੋਰ ਕੁਛ ਨਹੀਂ ਕਰ ਰਿਹਾ। ਹਾਂਜੀ, ਤੇ ਇਹ ਰਸਮਾਂ ਵੀ ਇਸ ਤਰ੍ਹਾਂ ਤਰੀਕੇ ਨਾਲ ਪੈਂਦੀਆਂ। ਹਾਂਜੀ ਡਾਕਟਰ ਸਾਹਿਬ, ਦੇਖੋ ਤੁਸੀਂ ਹੁਣ ਕਈ ਕਲਾਕਾਰ ਵੀ ਪ੍ਰਮੋਟ ਕਰਨ ਲੱਗ ਜਾਂਦੇ, ਫਿਰ ਤਾਂ ਜਿਵੇਂ ਹੌਲੀ ਹੌਲੀ ਕਰਕੇ ਕੋਈ ਕਬਰ ਆ, ਕਬਰ ਤੋਂ ਡੇਰਾ ਬਣ ਜਾਂਦਾ, ਫਿਰ ਡੇਰੇ ਤੋਂ ਬਾਅਦ ਤੁਹਾਨੂੰ ਪਤਾ ਅੱਗੇ ਕਿੰਨਾ ਕੁਛ ਹੋਰ ਵੀ ਹੋ ਜਾਂਦਾ। ਕਲਾਕਾਰਾਂ ਨੂੰ ਉੱਥੇ ਦਿਸਣ ਲੱਗ ਪੈਂਦਾ ਵੀ ਇਸ ਟਰਸਟ ਦੇ ਵਿੱਚ 7 ਕਰੋੜ ਪਿਆ ਹੈ। ਹਾਂਜੀ, ਚਲੋ ਅੱਜ ਦਾ ਵਿਚਾਰ ਦੱਸੋ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈਗਾ ਕਿ ਚੰਗੇ ਭਵਿੱਖ ਦੀ ਆਸ ਰੱਖੋ, ਪਰ ਮਾੜੇ ਦਿਨਾਂ ਲਈ ਵੀ ਹਮੇਸ਼ਾ ਤਿਆਰ ਰਹੋ। ਇਸੇ ਨੋਟ ਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਸਾਨੂੰ ਦੱਸਿਓ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਈਮੇਲ ਹੈ ਜੀ ਸਾਡੀ info@radioindia.ca। ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਉੱਥੇ ਜਾ ਕੇ ਤੁਸੀਂ ਸਾਡੇ ਪ੍ਰੋਗਰਾਮਸ ਸੁਣ ਸਕਦੇ ਹੋ। ਜੇਕਰ ਤੁਸੀਂ ਸਾਡੇ ਕਿਸੇ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤਾਂ ਲਾਈਕ ਕਰਕੇ ਸ਼ੇਅਰ ਕਰ ਦਿਓ, ਤੇ ਜੇਕਰ ਤੁਸੀਂ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਪਸੰਦ ਨਹੀਂ ਵੀ ਕਰਦੇ, ਤੁਸੀਂ ਕਮੈਂਟ ਸੈਕਸ਼ਨ 'ਚ ਜਾ ਕੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ।